ਵਿਜ਼ਨ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਇਸ ਵਕਤ ਹੈ ਜੀ। ਲਓ ਜੀ, ਨਵੇਂ ਮੰਤਰੀਆਂ ਨੂੰ ਮਿਲ ਗਏ ਫਿਰ ਕੁਰਸੀਆਂ। ਬਿਲਕੁਲ ਨਵੇਂ ਮੰਤਰੀ ਮੰਡਲ 'ਚ ਵਾਧਾ, ਅਤੇ ਜਿਹੜੇ ਰਹਿ ਗਏ ਭਾਈ ਉਹ ਅਫਸੋਸ ਨਾ ਕਰਨ, ਜਿਹੜੇ ਬਣੇ ਉਹਨਾਂ ਨੂੰ ਵਧਾਈਆਂ, ਅਤੇ ਪਰ ਹੁਣ ਕੰਮ ਵੀ ਕਰਨ। ਪਰ ਇੱਧਰ ਇੱਕ ਮੁੱਖ ਮਾਮਲਾ ਜਿਹੜਾ ਪੰਜਾਬ ਦੀ ਸੋਚ ਨਾਲ ਜੁੜਿਆ, ਪੰਜਾਬ ਦੇ ਅਕੀਦੇ ਨਾਲ ਜੁੜਿਆ, ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਿਆ, ਬੇਅਦਬੀ ਦਾ ਮਾਮਲਾ। ਕੁੰਵਰ ਵਿਜੇ ਪ੍ਰਤਾਪ, ਉਹਨਾਂ ਦੀ ਰਿਪੋਰਟ ਅਰਵਿੰਦ ਕੇਜਰੀਵਾਲ ਕਹਿੰਦੇ ਸੀਗੇ ਕਿ ਚਰਨਜੀਤ ਚੰਨੀ ਦੇ ਮੇਜ਼ 'ਤੇ ਪਈ ਆ, ਸਰਕਾਰ ਬਣਦਿਆਂ ਹੀ 24 ਘੰਟਿਆਂ ਸਜ਼ਾਵਾਂ ਦੇਵਾਂਗੇ, ਪਰ ਉਹ ਜਿਨ੍ਹਾਂ ਨੂੰ ਦੋਸ਼ੀ ਠਹਿਰਾਉਂਦੇ ਸੀ ਉਹਨਾਂ ਨੂੰ ਤਾਂ ਕਲੀਨ ਚਿੱਟਾਂ ਮਿਲੀਆਂ ਨੇ। ਹਾਂ, ਇਹ ਰਿਪੋਰਟ ਕੁੰਵਰ ਵਿਜੇ ਪ੍ਰਤਾਪ ਵਾਲੀ ਨਹੀਂ ਹੈ, ਪਰ ਇਹ ਰਿਪੋਰਟ ਜਨਤਕ ਜ਼ਰੂਰ ਹੋਈ। ਹਾਂਜੀ, ਸਿੱਟ ਦੀ ਰਿਪੋਰਟ, ਸਿੱਟ ਵਾਲੀ ਰਿਪੋਰਟ ਜਨਤਕ ਕੀਤੀ ਗਈ। 400 ਤੋਂ ਵੱਧ ਪੰਨਿਆਂ ਦੀ ਰਿਪੋਰਟ ਹੈ ਜਿਹੜੀ ਇੱਕ ਕਮੇਟੀ ਨੂੰ ਸੌਂਪ ਦਿੱਤੀ ਗਈ। ਸੋ ਉਸ ਕਮੇਟੀ ਦੇ ਹਵਾਲੇ ਨਾਲ ਇਹ ਖਬਰਾਂ ਵੀ ਸਾਹਮਣੇ ਆ ਗਈਆਂ ਕਿ ਸਾਜ਼ਿਸ਼ਕਰਤਾ ਡੇਰਾ ਮੁਖੀ ਹੈ, ਡੇਰਾ ਮੁਖੀ ਦੇ ਉੱਤੇ ਉਂਗਲ ਉੱਠੀ ਹੈ, ਡੇਰਾ ਮੁਖੀ ਵਿਵਾਦਾਂ 'ਚ ਹੈ, ਪਹਿਲਾਂ ਵੀ ਉਹਦੇ ਸਵਾਲਾਂ ਦੇ ਘੇਰੇ 'ਚ ਰਿਹਾ, ਪਰ ਅਜੇ ਵੀ ਉਹ 'ਚ ਕਿੰਨੇ ਹੀ ਅਣਸੁਲਝੇ ਸਵਾਲ ਨੇ। ਉਹ ਇਕੱਲੇ ਇੱਕ ਥਾਂ ਦੀ ਘਟਨਾਕ੍ਰਮ ਨਹੀਂ, ਪੰਜਾਬ 'ਚ ਵਾਪਰੀਆਂ ਵੱਖ-ਵੱਖ ਬੇਅਦਬੀ ਦੀਆਂ ਘਟਨਾਵਾਂ ਦਾ ਅਜੇ ਹੱਲ ਹੋਣਾ, ਇਨਸਾਫ ਮਿਲਣਾ ਬਾਕੀ ਹੈ। ਅਤੇ ਜਿਹੜੇ ਸਰੂਪ ਲਾਪਤਾ ਹੋਏ, ਜਿਹੜੇ ਸਰੂਪ ਚੋਰੀ ਹੋਏ, ਉਹਨਾਂ ਦੇ ਮਾਮਲੇ ਵੀ ਉਸੇ ਤਰ੍ਹਾਂ ਖੜ੍ਹੇ ਨੇ। ਸੋ ਇਸ ਇੱਕ ਪਾਸੇ ਰਿਪੋਰਟ ਜਨਤਕ ਹੋਣਾ, ਇਹਦੇ ਕੀ ਮਾਇਨੇ ਨੇ? ਕੀ ਸਰਕਾਰ ਨੇ ਆਪਣੇ ਗਲੋਂ ਮਾਮਲਾ ਲਾ ਕੇ ਜਨਤਾ ਦੀ ਕਚਹਿਰੀ 'ਚ ਰੱਖ ਦਿੱਤਾ, ਜਾਂ ਸਰਕਾਰ ਕਹਿੰਦੀ ਹੈ ਕਿ ਆਪਣਾ ਮਾਮਲਾ ਆਪੇ ਨਜਿੱਠ ਲਓ? ਕੀ ਇਹ ਕਾਨੂੰਨੀ ਤੌਰ 'ਤੇ ਹੱਲ ਹੋਣਾ ਚਾਹੀਦਾ ਸੀ? ਕੀ ਦੋਸ਼ੀਆਂ ਨੂੰ ਸਜ਼ਾਵਾਂ ਸਹੀ ਤਰੀਕੇ ਕਾਨੂੰਨੀ ਰੂਪ 'ਚ ਮਿਲਣੀਆਂ ਚਾਹੀਦੀਆਂ ਸੀ? ਅਜੇ ਤੱਕ ਮਾਮਲਾ ਲਟਕਾਉਣਾ, ਕੀ ਅਗਲੀਆਂ ਚੋਣਾਂ ਤੱਕ ਇਹ ਤੋਂ ਕੋਈ ਲਾਹਾ ਲੈਣ ਦੀ ਕੋਸ਼ਿਸ਼ ਹੈ? ਅਤੇ ਨਾਲ ਹੀ ਜਿਹੜੇ ਸਾਜ਼ਿਸ਼ਕਰਤਾ ਦੇ ਦੋਸ਼ ਲੱਗ ਰਹੇ ਨੇ ਉਹਦੇ ਨਕਲੀ ਅਸਲੀ ਹੋਣ ਦਾ ਰੌਲਾ ਪੈ ਗਿਆ। ਜੀ ਹਾਂ, ਡੇਰਾ ਸਿਰਸਾ ਮੁਖੀ ਕਹਿੰਦੇ ਜੀ ਜੇਲ੍ਹ 'ਚ ਗਿਆ ਬਾਬਾ, ਕਹਿੰਦਾ ਮੈਨੂੰ ਕੈਦੀ ਕਹਿੰਦੇ ਸੀ ਨਕਲੀ ਹੈ, ਜੇਲ੍ਹ ਤੋਂ ਬਾਹਰ ਆਇਆ ਤਾਂ ਹੁਣ ਆਪਣੇ ਹੀ ਪ੍ਰੇਮੀ ਕਹਿੰਦੇ ਨੇ ਕਿ ਬਾਬਾ ਨਕਲੀ ਹੈ। ਕੀ ਹੈ ਸਾਰੀ ਕਹਾਣੀ? ਇਹਦੇ ਉੱਪਰ ਸਾਰੇ ਪਹਿਲੂਆਂ 'ਤੇ ਚਰਚਾ ਕਰਾਂਗੇ। ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਸਰਬਜੀਤ ਧਾਲੀਵਾਲ ਸਾਡੇ ਨਾਲ ਨੇ। ਭਾਜੀ ਸਵਾਗਤ ਕਰਦੇ ਹਾਂ। ਭਾਜੀ, ਮੈਂ ਇਸ ਸਿੱਟ ਦੇ ਮਾਮਲੇ ਤੋਂ ਗੱਲ ਸ਼ੁਰੂ ਕਰਨਾ ਚਾਹੁੰਦਾ। ਕੈਪਟਨ ਅਮਰਿੰਦਰ ਦੀ ਸਰਕਾਰ ਬਣਦੀ ਆ, ਲੋਕਾਂ ਦੀ ਭਾਵਨਾ ਨਾਲ ਖੇਡ ਕੇ ਬਣਦੀ ਆ, ਕਹਿੰਦੀ ਹੈ ਕਿ ਅਸੀਂ ਆਉਂਦੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ, ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਅੰਦਰ ਕਰਾਂਗੇ। 5 ਸਾਲ ਲੰਘ ਗਏ, ਪੌਣੇ 5 ਸਾਲ ਕੈਪਟਨ ਨੇ ਵੀ ਲੰਘਾਏ, ਚੰਨੀ ਨੇ ਵੀ ਲੰਘਾਏ, ਪਰ ਸਜ਼ਾਵਾਂ ਨਹੀਂ ਮਿਲੀਆਂ। ਕੁੰਵਰ ਵਿਜੇ ਪ੍ਰਤਾਪ ਉਸ ਰੋਸ ਵਜੋਂ ਅਸਤੀਫਾ ਵੀ ਦੇ ਗਏ। ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਵੀ ਕੀਤਾ ਅਤੇ ਉਹਨਾਂ ਨੂੰ ਸਰਕਾਰ 'ਚ ਲਿਆ ਕੇ ਬਿਠਾ ਲਿਆ, ਪਰ ਨਾ ਮੰਤਰੀ ਅਹੁਦਾ ਦਿੱਤਾ ਕਹਿੰਦੇ, ਅਤੇ ਨਾ ਹੀ ਕਹਿੰਦੇ ਕਿ ਉਹਨਾਂ ਦੇ ਉੱਤੇ ਉਹਨਾਂ ਦੀ ਰਿਪੋਰਟ 'ਤੇ ਕੰਮ ਕੀਤਾ। ਹਾਂ, ਇੱਕ ਰਿਪੋਰਟ ਮੁੱਖ ਮੰਤਰੀ ਸਾਹਿਬ ਨੇ ਸੰਗਠਨ ਨੂੰ ਸੌਂਪਤੀ, ਕਿਹਾ ਲਓ ਜੀ ਤੁਸੀਂ ਇਹਦੇ ਉੱਤੇ ਕਾਰਵਾਈ ਕਰਨੀ ਹੈ ਕਰ ਲਓ, ਪੜ੍ਹਨੀ ਹੈ ਪੜ੍ਹ ਲਓ, ਅਸੀਂ ਰਿਪੋਰਟ ਜਨਤਕ ਕਰਤੀ। ਕੀ ਇਹ ਸਹੀ ਪਹਿਲੂ ਹੈ? ਸਰਕਾਰ ਆਪਣੇ ਕੰਮ ਤੋਂ ਭੱਜ ਰਹੀ ਹੈ ਜਾਂ ਸਰਕਾਰ ਜਨਤਾ ਦੇ ਸਹਾਰੇ ਛੱਡ ਰਹੀ ਹੈ ਸਾਰਾ ਕੁਛ? ਦੇਖੋ, ਪਹਿਲੀ ਇਹਦੇ 'ਚ 3-4 ਸਵਾਲ ਹੈਗੇ ਨੇ। ਪਹਿਲਾ ਸਵਾਲ ਤਾਂ ਇਹ ਹੈਗਾ ਕਿ ਕਹਿੰਦੇ ਹੈ ਜਿਹੜੀ ਇਹ ਰਿਪੋਰਟ ਦਿੱਤੀ ਗਈ ਹੈ, ਜਿਨ੍ਹਾਂ ਨੂੰ ਦਿੱਤੀ ਗਈ ਹੈ, ਕਿ ਉਹ ਪੰਥੀ ਨੁਮਾਇੰਦਗੀ ਕਰਦੇ ਨੇ ਜਾਂ ਕਿ ਉਹ ਬਰਗਾੜੀ ਦੇ ਇਲਾਕੇ ਦੇ ਉਹਨਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ ਜਿਨ੍ਹਾਂ ਨੇ ਉੱਥੇ ਦਰਦ ਹੰਢਾਇਆ, ਪੀੜ ਹੰਢਾਈ, ਜਾਂ ਫਿਰ ਉਹ ਸਾਰੀਆਂ ਜਥੇਬੰਦੀਆਂ ਦੀ ਨੁਮਾਇੰਦਗੀ ਕਰਦੇ ਨੇ ਜਿਹੜੀਆਂ ਕਿ ਉਹਦੇ ਵਿੱਚ ਸ਼ਾਮਲ ਹੋਈਆਂ ਜਾਂ ਜਿਹਨਾਂ ਦੀ ਸ਼ਮੂਲੀਅਤ ਰਹੀ ਆ ਉਹਦੇ ਵਿੱਚ। ਵੱਖਰੀਆਂ ਵੱਖਰੀਆਂ ਧਿਰਾਂ ਉਹਦੇ ਵਿੱਚ ਆਉਂਦੇ ਨੇ। ਸਾਰਾ ਪੰਥ ਹੀ ਤਕਰੀਬਨ ਜਾਂਦਾ ਰਿਹਾ ਹੈਗਾ। ਸੋ ਕੁੱਲ ਮਿਲਾ ਕੇ ਇੱਕ ਤਾਂ ਇਹ ਹੈਗਾ, ਫਿਰ ਉਹਨੂੰ ਕਿਉਂ ਰਿਪੋਰਟ ਦਿੱਤੀ ਗਈ ਹੈ? ਜੇ ਸਰਕਾਰ ਨੇ ਕਿਉਂ ਰਿਪੋਰਟ ਦਿੱਤੀ, ਕੀ ਕਾਰਨ ਕੀ ਹੈ? ਸਰਕਾਰ ਨੇ ਨਹੀਂ ਦੱਸਿਆ ਵੀ ਅਸੀਂ ਕਿਉਂ ਰਿਪੋਰਟ ਦੇ ਰਹੇ ਹਾਂ। ਠੀਕ ਹੈ ਕਿ ਬਰਗਾੜੀ ਮਸਲੇ 'ਤੇ ਜਿਹੜੀ ਮੰਗ ਬਾਰ-ਬਾਰ ਉੱਠਦੀ ਹੈ ਰਹੀ ਹੈ ਕਿ ਇਹ ਜਿਹੜੀ ਬੇਅਦਬੀ ਦੇ ਮਸਲੇ ਹੈਗੇ ਨੇ, ਇਹਨਾਂ 'ਤੇ ਰਿਪੋਰਟ ਆਉਣੀ ਚਾਹੀਦੀ ਹੈ, ਜਨਤਕ ਹੋਣੀ ਚਾਹੀਦੀ ਹੈ। ਪਰ ਜਨਤਕ ਸਰਕਾਰ ਨੂੰ ਇੱਥੇ ਪਬਲਿਕ ਮਤਲਬ ਇੱਕ ਵੈਬਸਾਈਟ 'ਤੇ ਪਾਉਣੀ ਚਾਹੀਦੀ ਸੀ ਰਿਪੋਰਟ। ਉਹ ਮੀਡੀਆ 'ਚ ਦਿੰਦੇ, ਪਬਲਿਕ ਆਪਣਾ ਇੱਕ ਪ੍ਰੈਸ ਕਾਨਫਰੰਸ ਕਰਦੇ, ਐਂ ਕਿਉਂ ਫੜਾਈ ਗਈ ਹੈਗੀ? ਦੂਸਰਾ ਇਹਦਾ ਪਹਿਲੂ ਹੈਗਾ ਕਿ ਹੁਣ ਉਹ ਰਿਪੋਰਟ 'ਤੇ ਕਾਰਵਾਈ ਕੀ ਹੋਣੀ? ਜੇ ਬਾਬੇ ਫਰਜ਼ ਕਰੋ ਵੀ ਉਹ ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਉਹ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁੱਖ ਜਿਹੜਾ ਸਾਜ਼ਿਸ਼ਕਰਤਾ ਸੀਗਾ ਉਹ ਬਾਬਾ ਰਾਮ ਰਹੀਮ ਸੀਗਾ। ਉਹ ਰਾਮ ਰਹੀਮ ਦੇ ਖਿਲਾਫ ਹੁਣ ਕੀ ਕਾਰਵਾਈ ਹੋਵੇਗੀ, ਕਦੋਂ ਹੋਏਗੀ, ਕਦੋਂ ਕੇਸ ਰਜਿਸਟਰ ਹੋਣਾ, ਕੀ ਕਰਨਾ, ਇਹ ਸਰਕਾਰ ਕਿਉਂ ਨਹੀਂ? ਕਿਉਂਕਿ ਇਹ ਰਿਪੋਰਟ ਇਕੱਲੀ ਕਾਫੀ ਨਹੀਂ ਨਾ ਹੈਗੀ। ਐਕਸ਼ਨ ਟੇਕਨ ਵੀ ਜਿਹੜਾ ਹੈਗਾ ਨਾ, ਕੀ ਐਕਸ਼ਨ ਲਿਆ, ਬਾਬੇ ਨੂੰ ਕਦੋਂ ਫੜ ਕੇ ਲਿਆਉਣਾ ਹੈ, ਕਦੋਂ ਇੱਥੋਂ ਇੰਟੈਰੋਗੇਟ ਕਰਨਾ ਹੈ, ਕਿਵੇਂ ਸਾਜ਼ਿਸ਼ ਰਚੀ ਉਹਨੇ, ਕਿਹੜੇ ਬੰਦਿਆਂ ਦੀ ਡਿਊਟੀ ਲਾਈ, ਕਿੱਥੇ ਹੋਇਆ। ਕੋਈ ਬਾਬੇ ਨੇ ਆਪ ਤਾਂ ਨਹੀਂ ਕਰਤਾ ਆ ਕੇ, ਤਾਂ ਉਹਨੇ ਆਪਦੇ ਬੰਦਿਆਂ ਥਰੂ ਕਰਾਇਆ ਹੋਣਾ। ਉਹਨੇ ਸਾਜ਼ਿਸ਼ ਕਿਵੇਂ ਰਚੀ, ਕੀ ਮੀਟਿੰਗਾਂ ਹੋਈਆਂ, ਉਹ ਮੀਟਿੰਗਾਂ 'ਚ ਕੀ ਵਿਚਾਰ ਵਿਮਰਸ਼ ਹੋਇਆ, ਕਿਉਂ ਹੋਇਆ ਸਾਰਾ ਕੁਛ। ਇਹਨਾਂ ਗੱਲਾਂ ਦੇ ਜਾਂਚ ਜਵਾਬ ਜਿਹੜੀ ਇਹ ਬਾਬਾ ਰਾਮ ਰਹੀਮ ਹੈ, ਉਹਨੂੰ ਪਹਿਲਾਂ ਤਾਂ ਪੁਲਿਸ ਕਸਟਡੀ 'ਚ ਲੈਣਾ ਪਏਗਾ, ਫਿਰ ਉਹਨੂੰ ਪੁੱਛਗਿੱਛ ਕਰਨੀ ਪਏਗੀ। ਜੇ ਉਹਨੂੰ ਜਿਵੇਂ ਪਹਿਲਾਂ ਵੀਡੀਓ ਕਾਨਫਰੰਸ ਹੀ ਕਰ ਲਓ ਜੀ, ਜੇਲ੍ਹ 'ਚ ਜਾ ਕੇ ਪੁੱਛ ਲਓ, ਤਾਂ ਗੱਲ ਨਹੀਂ ਬਣਨੀ ਹੈ ਨਾ। ਸੋ ਇਸ ਕਰਕੇ ਜਿਵੇਂ ਕਹਿੰਦਾ ਉਹਦੇ ਵਿੱਚ ਇੱਕ ਪਹਿਲੂ ਹੈਗਾ ਕਿ ਇਹ ਜਿਹੜਾ ਹੁਣ ਬਾਬਾ ਉਹ ਪਹਿਲੇ ਜੇਲ੍ਹ 'ਚ ਹੈ, ਵੈਸੇ
ਉਹਨੂੰ ਪਹਿਲਾਂ ਹੀ 40 ਸਾਲ ਉਹਨੇ ਜੇਲ੍ਹ 'ਚ ਰਹਿਣਾ ਹੈ। ਜੇ ਉਹਨੂੰ ਇਹ 'ਚ ਸਜ਼ਾ ਹੋ ਜਾਂਦੀ ਹੈ, ਕੋਈ ਉਹ ਸਜ਼ਾ ਮਤਲਬ ਵੱਖਰੀ ਸ਼ਾਇਦ ਨਹੀਂ ਹੋਏਗੀ ਉਸ ਤੋਂ, ਤਾਂ ਉਹਦੇ ਨਾਲ ਹੀ ਚੱਲੇਗੀ। ਇੱਕ ਇਹ ਹੈ। ਫਿਰ ਜਿੰਨੇ ਉਹਨੇ ਚੇਲੇ ਬਾਲਕ ਜਿਹੜੇ ਬੰਦੇ 'ਚ ਇਨਵੋਲਵ ਨੇ, ਜਿਨ੍ਹਾਂ ਨੇ ਵੀ ਇਹ ਬੇਅਦਬੀ ਦੀਆਂ ਘਟਨਾਵਾਂ ਕੀਤੀਆਂ, ਉਹਨਾਂ ਦੀਆਂ ਗ੍ਰਿਫਤਾਰਾਂ ਦਾ ਮਸਲਾ ਹੈਗਾ। ਇੱਕ ਤਾਂ ਇਹ ਪਹਿਲੂ ਹੈ। ਟੋਟਲ ਇਸ ਜਿਹੜਾ ਇਹ ਬੇਅਦਬੀ ਦਾ ਪਹਿਲੂ ਸੀ, 3 ਪੜਾਅ ਨੇ। ਇੱਕ ਪਹਿਲਾਂ ਕਿ ਬੇਅਦਬੀ ਦਾ ਹੋਣਾ, ਗੁਰੂ ਸਾਹਿਬ ਦੇ ਦੀਆਂ ਆਪਣੇ ਧਾਰਮਿਕ ਪੁਸਤਕਾਂ ਸੀ, ਗੁਰੂ ਗ੍ਰੰਥ ਸਾਹਿਬ ਸੀ ਜਾਂ ਦੂਸਰੀਆਂ ਪੁਸਤਕਾਂ ਸੀਗੀਆਂ, ਉਹਨਾਂ ਦੇ ਅੰਗਾਂ ਨੂੰ ਖਿਲਾਰੇ ਜਾਣਾ ਹੈ ਨਾ। ਦੂਸਰਾ ਪਹਿਲੂ ਕਿ ਗੋਲੀ ਦਾ ਚੱਲਣਾ, ਜਦੋਂ ਲੋਕਾਂ ਨੇ ਉੱਥੇ ਪ੍ਰੋਟੈਸਟ ਕੀਤਾ, ਧਰਨ ਦਿੱਤਾ, ਗੋਲੀ ਚੱਲੀ, ਉਹਦੇ 'ਚ ਕਿਹੜੇ ਪੁਲਿਸ ਜ਼ਿੰਮੇਵਾਰ ਹੈ, ਉਹਨਾਂ ਦੇ ਕੀ ਕਾਰਵਾਈ ਹੋਈ, ਇਹ ਸੈਕੰਡ ਪੜਾਅ ਹੈ। ਥਰਡ ਪੜਾਅ ਹੈਗਾ ਇਹਦਾ ਕਿ ਜਿਨ੍ਹਾਂ ਬੰਦਿਆਂ ਨੂੰ ਨੇ ਇਹ ਫੜਨੇ ਸੀ ਦੋਸ਼ੀ, ਉਹਨੇ ਫੜੇ ਕਿਉਂ ਨਹੀਂ, ਉਹਨਾਂ ਦੇ ਕਾਰਵਾਈ ਕੀ, ਉਹਨਾਂ ਦੇ ਕਾਰਵਾਈ ਕੀ ਹੋਈ ਹੈ, ਕਹਿੰਦੇ ਉਹਨਾਂ ਸਰਕਾਰਾਂ ਨੂੰ ਤਕਲੀਫ ਦਿੱਤੀ ਜਾ ਰਹੀ। ਹਾਂ, ਇਹ ਫਿਰ 3 ਪੜਾਅ ਹੈਗੇ ਨੇ ਇਸ ਦੇ। ਤਾਂ ਇਹ ਇਕੱਲੀ ਦਾ ਇੱਕ ਪਾਰਟ ਹੈ ਰਿਪੋਰਟ ਦਾ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ 3 ਪਾਰਟਾਂ ਨੂੰ, ਪਹਿਲਾ ਪਾਰਟ ਬੇਅਦਬੀ ਦਾ ਹੋਣਾ, ਕੌਣ ਸਾਜ਼ਿਸ਼ ਕਰਤਾ ਹੈ ਜਿਵੇਂ ਕਿ ਆਇਆ। ਦੂਸਰਾ ਗੋਲੀ ਚਲਾਉਣ 'ਚ ਕੌਣ ਜ਼ਿੰਮੇਵਾਰ ਸੀ, ਕਿਉਂ ਹੋਇਆ, ਗੋਲੀ ਕਿਉਂ ਚਲਾਈ ਉਹਨਾਂ ਨੇ, ਇਹ ਸਾਰਾ ਉਹਨਾਂ ਦੇ ਕੀ ਐਕਸ਼ਨ ਲਿਆ ਜਾਏਗਾ, ਕੀ ਕੰਮ ਚੱਲੇਗਾ ਉਹ। ਤੀਸਰਾ ਜਿਨ੍ਹਾਂ ਬੰਦਿਆਂ ਨੇ ਐਕਸ਼ਨ ਨਹੀਂ ਲਿਆ ਉਸ ਸਮੇਂ 'ਚ, ਉਹਨਾਂ ਦੇ ਕੀ ਐਕਸ਼ਨ ਲਿਆ ਜਾਏਗਾ, ਕਿਉਂਕਿ 2 ਸਾਲ ਕੇਸ ਸੋਲਵ ਨਹੀਂ ਹੋਏ। 2015 'ਚ ਘਟਨਾਵਾਂ ਆਈਆਂ ਸੀ, ਉਸ ਤੋਂ ਬਾਅਦ ਕਿੰਨਾ ਚਿਰ ਲੰਮਕਦਾ ਰਿਹਾ, ਬੰਦੇ ਆਇਡੈਂਟੀਫਾਈ ਨਹੀਂ ਹੋਏ, ਸਾਰਾ ਕੁਝ ਇੰਨਾ ਲੰਮਕਿਆ ਕਿ ਸਾਰਾ ਕੁਛ। ਸੋ ਕੁੱਲ ਮਿਲਾ ਕੇ ਮੇਰਾ ਖਿਆਲ ਹੈ ਕਿ ਜਿਹੜੀ ਇਹ ਸਾਰੀ ਗੱਲਬਾਤ ਹੈਗੀ ਹੈ, ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈਗੀ ਕਿ ਸਰਕਾਰ ਨੂੰ ਕਿਤੇ ਕੰਪਲੀਟ ਕਾਰਵਾਈ ਕਰਨੀ ਚਾਹੀਦੀ ਸੀ। ਦੂਸਰਾ, ਸਰਕਾਰ ਨੂੰ CM ਨੂੰ ਇਕੱਲੀ ਰਿਪੋਰਟ ਨਹੀਂ ਸੌਂਪਣੀ ਚਾਹੀਦੀ ਸੀ, ਨਾਲ ਲੋਕਾਂ ਨੂੰ ਸਪਸ਼ਟ ਕਰਨਾ ਚਾਹੀਦਾ ਸੀ ਕਿ ਉਹ ਇਹ ਸੁਧਾਰ ਰਿਸ਼ਤਾ ਹੈ ਨਹੀਂ। ਇਹ ਸਾਡੀ ਪੰਜਾਬ ਦੀ ਪੋਲੀਟਿਕਸ ਵੀ ਪਿਛਲੇ 7 ਸਾਲ ਤੋਂ ਇਸ਼ੂ ਲਗਾਤਾਰ ਚੱਲ ਰਿਹਾ ਹੈ ਨਾ, ਕਦੇ ਘੱਟ, ਕਦੇ ਵੱਧ, ਕਦੇ ਤੇਜ਼ ਹੋ ਜਾਂਦਾ, ਕਦੇ ਥੱਲੇ ਹੋ ਜਾਂਦਾ ਹੈ, ਚੱਲ ਰਿਹਾ। ਉਹਦੇ 'ਚ ਆਪਣੀ ਸਾਰਾ ਕੁਝ ਦੱਸਣਾ ਚਾਹੀਦਾ ਸੀਗਾ। ਫਿਰ ਹੁਣ ਜਿਹੜੀ ਵਿਰੋਧੀ ਪਾਰਟੀਆਂ ਹੈ, ਉਹ ਸਾਰੇ ਤੇ ਕਿੰਤੂ ਪਰੰਤੂ ਕਰ ਰਹੀਆਂ ਨੇ ਕਿ ਕਲੀਨ ਚਿੱਟ ਦਿੱਤੀ ਗਈ ਹੈ, ਉਹ ਕਿਉਂ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਜੋ ਕਾਂਗਰਸ ਕਰ ਰਹੀ ਸੀ ਉਹੀ ਕਰ ਰਹੇ ਨੇ। ਦੂਸਰੀ ਜਿਹੜੀ ਗੱਲ, ਹੁਣ ਕਾਂਗਰਸ ਸਵਾਲ ਉਠਾ ਰਹੀ ਹੈ ਇਸ ਗੱਲ ਦੇ ਵਿੱਚ। ਸੋ ਕੁੱਲ ਮਿਲਾ ਕੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਰਕਾਰ ਨੇ ਹਾਲੇ ਕੋਈ ਜਿਹੜੀ ਪੂਰੀ ਜਿੰਨਾ ਉਹਨੇ ਕਿਹਾ ਸੀਗਾ ਕਿ ਜਦੋਂ ਸਾਡੀ ਸਰਕਾਰ ਆਏਗੀ ਤਾਂ ਉਹਨਾਂ ਨੇ ਪੋਲੀਟੀਕਲ ਦੋਸ਼ ਲਾਏ ਸੀ। ਉਹਨਾਂ ਨੇ ਤਾਂ ਪਿਛਲੀਆਂ ਰੂਲਿੰਗ ਪਾਰਟੀਆਂ ਦੇ ਦੋਸ਼ ਲਾਏ ਸੀ ਕਿ ਉਹਨਾਂ ਨੇ ਕੀਤਾ। ਰੂਲਿੰਗ ਪਾਰਟੀ ਦੇ ਅਕਾਲੀ ਦਲ ਨੇ ਤਾਂ ਕਿਹਾ ਕਿ ਸਾਡੇ ਵੀ ਇਹਨੂੰ ਮਾਫੀ ਮੰਗਣੀ ਚਾਹੀਦੀ ਹੈ, ਸਾਡੇ ਤੇ ਐਵੇਂ ਗਲਤ ਦੋਸ਼ ਲਾਉਂਦੇ ਰਹੇ ਨੇ, ਸਾਡੇ ਖਿਲਾਫ ਝੂਠਾ ਪ੍ਰਚਾਰ ਕਰਦੇ ਰਹੇ ਨੇ, ਸਾਡਾ ਕੋਈ ਦੋਸ਼ ਹੀ ਨਿਕਲਿਆ। ਅਕਾਲੀ ਦਲ ਨੇ ਤਾਂ ਇਹ ਕਿਹਾ, ਅਕਾਲੀ ਦਲ ਦੇ ਬੰਦਿਆਂ ਨੇ ਤਾਂ। ਸੋ ਕੁੱਲ ਮਿਲਾ ਕੇ ਸਥਿਤੀ ਇਹ ਹੈਗੀ ਕਿ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਹਾਲੇ ਰਿਪੋਰਟ ਅਧੂਰੀ ਹੈ, ਇਹਦੇ ਬਹੁਤ ਸਾਰੇ ਸਵਾਲ ਕੀਤੇ ਜਾ ਰਹੇ ਨੇ। ਆਉਣ ਵਾਲੇ ਦਿਨਾਂ 'ਚ ਫਿਰ ਇੱਕ ਵੱਡਾ ਪੋਲੀਟੀਕਲ ਮਸਲਾ ਬਣ ਸਕਦਾ ਹੈ, ਅਤੇ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਆਪਣਾ ਇਹਦੇ ਬਾਰੇ ਸਪਸ਼ਟੀਕਰਨ ਜ਼ਰੂਰ ਦੇਣਾ ਚਾਹੀਦਾ ਹੈ। ਸਰਜੀਤ ਸਾਹਿਬ, ਜਿਹੜੇ ਪੜਾਅ ਦੀ ਤੁਸੀਂ ਗੱਲ ਕਰਦੇ ਹੋ, ਉਹਦੇ ਵਿੱਚ ਉਹ ਸ਼ਾਂਤੀ ਨਾਲ ਬੈਠੇ ਪ੍ਰਦਰਸ਼ਨ ਕਰ ਰਹੇ ਸੀ, ਉਹਨਾਂ 'ਤੇ ਗੋਲੀ ਚੱਲੀ। ਉਸ ਮਾਮਲੇ ਉਸ ਸਮੇਂ ਖਬਰਾਂ ਆਈਆਂ ਕਿ ਜੀ ਅਣਪਛਾਤੀ ਪੁਲਿਸ ਵੱਲੋਂ ਗੋਲੀ ਚਲਾਈ ਗਈ, ਮਤਲਬ ਪੁਲਿਸ ਅਣਪਛਾਤੀ ਅਤੇ ਹਥਿਆਰ ਅਣਪਛਾਤੇ। ਸੋ ਇਸ ਲਈ ਤਾਂ ਹੀ ਉਹ ਸਵਾਲ ਆਉਂਦਾ ਕਿ ਉਸ ਸਮੇਂ ਦੀ ਰਾਜਨੀਤਿਕ ਧਿਰਾਂ ਦੀ ਸ਼ਾਇਦ ਹੈ ਨਾ ਕੁਛ ਉਹਦੀ, ਫਿਰ ਪਿਛਲੀ ਸਰਕਾਰ ਨੇ ਨਲਾਇਕੀ ਕਰਕੇ ਲਟਕਾਈ ਰੱਖੀ ਕਿ ਉਹ ਰਾਜਨੀਤਿਕ ਘਟਨਾਕ੍ਰਮ ਦੀ ਜਾਂਚ ਵੀ ਨਹੀਂ ਨਾਲ ਹੋਣੀ ਚਾਹੀਦੀ। ਮੈਂ ਤਾਂ ਹੀ ਤਾਂ ਕਹਿੰਦਾ ਵੀ 3 ਪੜਾਅ ਹੈਗੇ। ਤਾਂ ਸੈਕਿੰਡ ਪੜਾਅ ਜਿਹੜਾ ਹੈਗਾ ਕਿ ਗੋਲੀ ਕਿਉਂ ਚਲਾਈ, ਗੋਲੀ ਕਿਹਦੇ ਹੁਕਮਾਂ ਦੇ ਚਲਾਈ, ਕੌਣ ਬੰਦੇ ਗੋਲੀ ਚਲਾਉਣ ਵਿੱਚ ਸ਼ਾਮਲ ਸੀਗੇ, ਜਿਹੜੇ ਪ੍ਰੋਟੈਸਟਰ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਸਰਕਾਰ ਨੇ ਕੀ ਕੀਤਾ, ਕੋਈ ਮੁਆਵਜ਼ਾ ਦਿੱਤਾ, ਬੰਦੇ ਭਰਤੀ ਕੀਤੇ। 2 ਲੜਕੇ, ਉਹਨੇ ਇੱਕ ਤਾਂ ਮੇਰਾ ਕ੍ਰਿਸ਼ਨ ਸੀ ਲੜਕੇ ਦਾ ਨਾਂ, ਸ਼ਾਇਦ 2 ਸ਼ਹੀਦ ਹੋਏ ਜਿਹੜੇ ਉੱਥੇ, ਉਹਨਾਂ ਦੇ ਪਰਿਵਾਰ ਨਾਲ ਕੀ ਕੀਤਾ ਹੈ ਨਾ। ਦੋਸ਼ੀਆਂ ਨੂੰ ਸਜ਼ਾ ਆਪਣਾ ਜਿਹੜੀ ਸਾਰਾ ਕੇਸ ਚਲਾਉਣੇ ਉਹਨਾਂ ਵਾਸਤੇ ਸਰਕਾਰ ਕੀ ਕਰ ਰਹੀ ਹੈ, ਇਹਦੇ ਬਾਰੇ ਸਰਕਾਰ ਨੇ ਕੋਈ ਸਪਸ਼ਟ ਨਹੀਂ ਕੀਤਾ। ਤੀਜਾ ਹੈਗਾ ਪੋਲੀਟੀਕਲ ਐਸਪੈਕਟ, ਇਹ ਸਰਕਾਰ ਨੇ ਉਸ ਸਮੇਂ ਦੀ ਸਰਕਾਰ ਨੇ ਕਾਰਵਾਈ ਕਿਉਂ ਨਹੀਂ ਕੀਤੀ, ਉਹ 'ਚ ਵੀ ਜਾਂਚ ਹੋਣੀ ਚਾਹੀਦੀ ਹੈ। ਉਸ ਸਮੇਂ ਦੇ ਪੁਲਿਸ ਅਫਸਰ ਨੇ ਕਿਉਂ ਨਹੀਂ ਜਾਂਚ ਕੀਤੀ, ਜਿਹੜੇ ਬੰਦੇ ਫੜੇ ਜਾਣੇ ਸੀ, ਜਦੋਂ ਪਤਾ ਲੱਗ ਗਿਆ ਸੀਗਾ ਕਿ ਇਸ ਦੇ ਬੰਦੇ ਸ਼ਾਮਲ ਹੋ ਸਕਦੇ ਨੇ, ਜਦੋਂ ਸ਼ੱਕ ਦੀ ਸੂਝ ਉੱਧਰ ਜਾਂਦੀ ਸੀ, ਉਹਨਾਂ ਨੇ ਜਾ ਕੇ ਪੁੱਛਗਿੱਛ ਕਿਉਂ ਨਹੀਂ ਕੀਤੀ, ਉੱਥੇ ਜਾ ਕੇ ਉਹਨਾਂ ਦੇ ਬੰਦੇ ਜਿਹੜੇ ਕਾਰਕੁਨ ਸੀ ਉਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਕੀਤਾ। ਸੋ ਸਾਰਾ ਕੁੱਲ ਮਿਲਾ ਕੇ ਆਪਾਂ ਕਹਿੰਦੇ ਹਾਂ ਕਿ ਹਾਲੇ ਇਹ ਬਹੁਤ ਜਾਂਚ ਅਧੂਰੀ ਹੈ। ਹਾਲੇ ਇਹਦਾ ਇੱਕ ਆਪਾਂ ਕਹਿ ਸਕਦੇ ਹਾਂ 25% ਹੀ ਆਇਆ। ਇਸ ਤੋਂ ਹਾਲੇ ਜਿਹੜਾ ਬਹੁਤ ਸਾਰਾ ਭਾਗ ਜਿਹੜਾ ਹੈਗਾ, ਜਿਹੜਾ ਦੁਖਦਾਈ ਪਹਿਲੂ ਹੈਗਾ ਸਾਰੇ ਮਤਲਬ ਗੱਲ ਦਾ, ਜਿਹੜਾ ਬੰਦੇ ਦਾ ਮਾਰੇ ਜਾਣਾ, ਉੱਥੇ ਗੋਲੀ ਚੱਲਣੀ, ਪੁਲਿਸ ਵਾਲਿਆਂ ਨੇ ਇਸ ਤਰ੍ਹਾਂ ਮਤਲਬ ਵਰਤਾਓ ਕਰਨਾ, ਸਾਰਾ ਕੁਛ ਉਹ ਹਾਲੇ ਬਾਕੀ ਰਹਿੰਦਾ ਹੈ। ਉਹ ਐਸਪੈਕਟ ਨੂੰ ਕਦੋਂ ਸਰਕਾਰ ਹੱਲ ਕਰੇਗੀ, ਇਹ ਵੀ ਦੇਖਣ ਵਾਲੀ ਗੱਲ ਹੈ। ਪਰ ਇਹ ਜਿਹੜੀ ਸਿੱਟ ਤੇ ਸਿੱਟ ਤੀਜੀ ਸਿੱਟ ਆ ਗਈ ਸੀ, ਉਹ ਕੁਬਰ ਵਿਜੇ ਪ੍ਰਤਾਪ ਵਾਲੀ ਫਾਈਲ ਕਿੱਥੇ ਗਈ, ਜਿਹਨੂੰ ਲੈ ਕੇ ਬੋਲਦੇ ਰਹੇ ਕੇਜਰੀਵਾਲ? ਉਸ ਫਾਈਲ ਦਾ ਕਿਉਂ ਜ਼ਿਕਰ ਨਹੀਂ ਆਉਂਦਾ, ਉਹ ਰਿਪੋਰਟ ਕਿਉਂ ਨਹੀਂ ਜਨਤਕ ਹੁੰਦੀ, ਉਹਦੇ ਬਾਰੇ ਕਿਉਂ ਨਹੀਂ, ਜਾਂ ਉਹਨਾਂ ਤੋਂ ਕਿਉਂ ਨਹੀਂ ਪੁੱਛਦੇ? ਇਕੱਲੇ ਉਹੀ ਵਿਧਾਨ ਸਭਾ 'ਚ ਬੋਲੇ ਕੁਬਰ ਵਿਜੇ ਪ੍ਰਤਾਪ, ਨਾ ਵਿਰੋਧੀ ਧਿਰ 'ਚੋਂ ਨਾ ਸੱਤਾਧਾਰੀ ਧਿਰ 'ਚੋਂ ਕਿਸੇ ਨੇ ਉਹਦੇ ਨਾਲ ਵੀ ਹਾਂ ਨਹੀਂ ਭਰੀ। ਸੋ ਇਸ ਨੂੰ ਲੈ ਕੇ ਕੀ ਕਹੋਗੇ? ਦੇਖੋ, ਇਹਦੇ 'ਚ ਬਹਿਸ ਹੋਣੀ ਚਾਹੀਦੀ ਸੀ
ਕਿਉਂਕਿ ਜਦੋਂ ਆਮ ਆਦਮੀ ਪਾਰਟੀ ਸੀ ਉਦੋਂ ਹਮੇਸ਼ਾ ਬਹਿਸ ਮੰਗਦੀ ਸੀ, ਹੁਣ ਇਹਦੇ 'ਤੇ ਬਹਿਸ ਕਰਾਉਣੀ ਚਾਹੀਦੀ ਸੀ। ਹੁਣ ਵਿਰੋਧੀ ਪਾਰਟੀ ਨੇ ਮੰਗੀ ਸੀ, ਬਹਿਸ ਮੰਗੀ ਸੀ ਕਿ ਬਹਿਸ ਹੋਣੀ ਚਾਹੀਦੀ ਹੈ। ਕੁੰਵਰ ਵਿਜੇ ਪ੍ਰਤਾਪ ਨੇ ਸਪੈਸ਼ਲ ਕਿਹਾ ਸੀਗਾ ਕਿ ਸਮਾਂ ਇਹਦੇ ਵਾਸਤੇ ਦਿਓ ਅਤੇ ਇਹਦੇ 'ਤੇ ਹੋਣੀ ਚਾਹੀਦੀ ਹੈ। ਅਸਲ ਵਿੱਚ ਕੁੰਵਰ ਵਿਜੇ ਪ੍ਰਤਾਪ ਕਰਕੇ ਰਿਪੋਰਟ ਆਈ ਹੈ, ਨਹੀਂ ਤਾਂ ਰਿਪੋਰਟ ਆਉਣੀ ਨਹੀਂ ਸੀਗੀ। ਉਹਨਾਂ ਨੇ ਪਹਿਲਾਂ ਤਾਂ ਬਿਆਨ ਦਿੱਤਾ ਇੱਕ ਕਿ ਬੇਅਦਬੀ ਦਾ ਮੁੱਦਾ ਲਮਕ ਰਿਹਾ, ਸਾਡੀ ਸਰਕਾਰ ਨੇ ਵਾਅਦਾ ਕੀਤਾ ਸੀ, ਸਾਡੀ ਪਾਰਟੀ ਨੇ ਕੀਤਾ ਸੀਗਾ। ਉਦੋਂ ਪਹਿਲਾਂ ਇੱਕ ਬਿਆਨ ਵੀ ਆਇਆ ਸੀ ਉਹਨਾਂ। ਉਸ ਤੋਂ ਬਾਅਦ ਫਿਰ ਸਰਕਾਰ ਨੇ ਚਲੋ ਹੁਣ ਵਿਧਾਨ ਸਭਾ ਦੇ ਸੈਸ਼ਨ 'ਚ ਬਹਿਸ ਹੋਣ ਦੇ ਕਹਿਣ 'ਤੇ ਨਹੀਂ ਕਰਾਈ, ਹਾਲਾਂਕਿ ਬਹਿਸ ਹੋਣੀ ਚਾਹੀਦੀ ਕਿਉਂਕਿ ਉਹ ਸਾਰੀਆਂ ਗੱਲਾਂ ਬਾਰੇ ਜਾਣੀ ਜਾਣ ਸੀਗੇ। ਉਹ ਹੋ ਸਕਦਾ ਕਿ ਬਹੁਤ ਸਾਰੇ ਨਵੇਂ ਖੁਲਾਸੇ ਵੀ ਕਰਦੇ ਜਿਹੜੇ ਕਿ ਸਾਨੂੰ ਪਤਾ ਨਹੀਂ ਹੈਗਾ। ਉਹਨਾਂ ਨੇ ਕਿਹਾ ਵੀ ਹੈ ਬਿਆਨ ਵਿੱਚ, ਕਈ ਵਾਰੀ ਉਹਨੇ ਇਸ਼ਾਰਾ ਦਾ ਕੀਤਾ ਹੈਗਾ ਪਰ ਉਹਨੇ ਗੱਲ ਗਾਹਾਂ ਨਹੀਂ ਦੱਸੀ। ਵਿਧਾਨ ਸਭਾ 'ਚ ਉਹਨੂੰ ਇੱਕ ਪ੍ਰੋਟੈਕਸ਼ਨ ਮਿਲ ਜਾਣੀ ਸੀ, ਕੋਈ ਉਹਨਾਂ ਦੇ ਖਿਲਾਫ ਕੇਸ ਨਹੀਂ ਕਰ ਸਕਦਾ ਸੀ ਕਿਉਂਕਿ ਵਿਧਾਨ ਸਭਾ 'ਚ ਉਹਨੂੰ ਐਜ ਏ ਵਿਧਾਇਕ ਬੋਲਣ ਦਾ ਅਧਿਕਾਰ ਸੀਗਾ। ਇਸ ਕਰਕੇ ਹੋ ਸਕਦਾ ਕਿ ਬਹੁਤ ਸਾਰੀਆਂ ਨਵੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ, ਮਤਲਬ ਉਹ ਸਾਡੇ ਹਾਲੇ ਸਾਹਮਣੇ ਨਹੀਂ ਆਈਆਂ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਜੀ ਹਲੇ ਇਹਦਾ ਬਹੁਤ ਅਧੂਰਾ ਹੈਗਾ ਕੰਮ, ਬਹੁਤ ਕੁਝ ਨਹੀਂ ਹੋਇਆ। ਦੇਖੋ ਕਿ ਜਿਹੜੀ ਪੁਲਿਸ ਅਧਿਕਾਰੀ ਜਿਹੜੇ ਹੁਣ ਇਨਵੋਲਵ ਹੈ ਉਹਨਾਂ ਦੇ ਕੇਸ ਕਿਵੇਂ ਚੱਲਣਗੇ, ਕਿਸ ਤਰ੍ਹਾਂ ਹੋਏਗਾ, ਉਹਦੇ ਬਾਰੇ ਸਰਕਾਰ ਨੇ ਕੋਈ ਸਪਸ਼ਟ ਨਹੀਂ ਕੀਤਾ। ਇਹ ਬਾਬੇ ਦੇ ਖਿਲਾਫ ਕੋਈ ਕਾਰਵਾਈ ਹੋਏਗੀ, ਐਕਸ਼ਨ ਰਿਪੋਰਟ ਕੀ ਰਿਪੋਰਟ ਹੋਏਗੀ, ਜਾਂ ਸਰਕਾਰ ਕੀ ਕਰ ਰਹੀ ਹੈ ਜਾਂ ਕੀ ਹਦਾਇਤਾਂ ਕੀਤੀਆਂ, ਉਹਦੇ ਬਾਰੇ ਕੋਈ ਪੋਲੀਟੀਕਲ ਗਵਰਨਮੈਂਟ ਨੇ ਸਪਸ਼ਟ ਨਹੀਂ ਕੀਤਾ। ਸੋ ਬਹੁਤ ਸਾਰੇ ਐਸਪੈਕਟ ਹਲੇ ਵੀ ਰਹਿੰਦੇ ਨੇ ਬਾਕੀ। ਧਾਲੀਵਾਲ ਸਾਹਿਬ, ਬਾਰ-ਬਾਰ ਇਹ 'ਚ ਜ਼ਿਕਰ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦਾ ਆਉਂਦਾ ਅਤੇ ਉਹ ਕਹਿੰਦੇ ਕਿ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਪਹਿਲਾਂ ਵੀ ਕਿ ਹਾਂ ਪੈਰੋਲ 'ਤੇ ਬਾਹਰ ਆ ਜਾਵਾਂ, ਕਦੇ ਖੇਤੀ ਉੱਜੜ ਗਈ, ਕਦੇ ਮਾਂ ਬਿਮਾਰ ਹੋ ਗਈ, ਕਦੇ ਢਿੱਡ ਦੁਖਦਾ, ਉਹ ਨਹੀਂ ਮਿਲੀ। ਪਰ ਜਦੋਂ ਹੁਣ ਮਤਲਬ ਕਿ ਉਸਨੂੰ ਪੈਰੋਲ ਮਿਲਣੀ ਸ਼ੁਰੂ ਹੋਈ ਤਾਂ ਲਗਾਤਾਰ ਮਿਲਣੀ ਸ਼ੁਰੂ ਹੋ ਗਈ। ਤੋ 3-3 4-4 ਮਹੀਨਿਆਂ ਬਾਅਦ ਇਹ ਦੁਬਾਰਾ ਪਹਿਲਾਂ ਚੋਣਾਂ ਤੋਂ ਪਹਿਲਾਂ ਮਿਲ ਗਈ ਸੀ, ਹੁਣ ਦੁਬਾਰਾ ਫਿਰ ਮਿਲ ਗਈ ਆ। ਇਸ ਨੂੰ ਲੈ ਕੇ ਹੁਣ ਖੂਬ ਚਰਚਾ, ਅਤੇ ਇੱਕ ਚਰਚਾ ਹੁਣ ਨਵੀਂ ਛਿੜ ਗਈ, ਕਹਿੰਦੇ ਕਿ ਜੀ ਕਿ ਉਹ ਤਾਂ ਨਕਲੀ ਹੈ ਕਿ ਅਸਲੀ ਹੈ। ਦੇਖੋ ਇਹ ਸਿਆਸੀ ਬੰਦਿਆਂ ਦੀਆਂ ਹੀ ਕਾਰਵਾਈਆਂ ਕਰਕੇ ਜਿਹੜਾ ਹੈਗਾ ਲੋਕ ਸੰਤਾਪ ਭੁਗਤ ਰਹੇ ਨੇ। ਇਹਦੇ ਵਿੱਚ ਵੀ ਬਹੁਤ ਸਾਰੀ ਸਿਆਸਤ ਸੀ ਕਿ ਬੰਦੇ ਫੜੇ ਨਹੀਂ ਗਏ ਉਦੋਂ। ਬਰਗਾੜੀ ਕਾਂਡ ਵਾਲੇ ਵਿੱਚ ਜਿਹੜੀ ਬੇਅਦਬੀ ਹੋਈਆਂ ਅਤੇ ਉਹਦੇ 'ਚ ਕਿਤੇ ਨਾ ਕਿਤੇ ਵੋਟਾਂ ਦੀ ਰਾਜਨੀਤੀ ਵੀ ਜੁੜੀ ਹੋਈ ਸੀ, ਆਪਾਂ ਨੂੰ ਸਾਰਾ ਪਤਾ ਇਸ ਗੱਲ ਦਾ ਹੈਗਾ ਹੈ ਨਾ। ਤਾਂ ਇਹ ਪੋਲੀਟੀਕਲ ਬੰਦਿਆਂ ਕਰਕੇ ਪਹਿਲਾਂ ਲਮਕਾਏ ਗਏ, ਫਿਰ 5 ਸਾਲ ਕਾਂਗਰਸ ਲਮਕਾਈ ਗਈ। ਉਹਨਾਂ ਨੇ ਜ਼ਿਆਦਾ ਜ਼ੋਰ ਇਹਦੇ ਭਾਸ਼ਣਬਾਜ਼ੀ 'ਤੇ ਜ਼ਿਆਦਾ ਜ਼ੋਰ ਦਿੱਤਾ, ਸਪੈਸ਼ਲ ਸੈਸ਼ਨ ਵੀ ਕਰਾਏ ਅਤੇ ਡੈਪੂਟੇਸ਼ਨ ਵੀ ਲੈ ਕੇ ਮਿਲਦੇ ਰਹੇ, ਪਰ ਅਸਲੀ ਕਾਰਵਾਈ ਉਹਨਾਂ ਨੇ ਵੀ ਨਹੀਂ ਕੀਤੀ। ਅਤੇ ਹੁਣ ਜਿਹੜੀ ਨਵੀਂ ਇਹ ਸਰਕਾਰ ਹੈਗੀ ਇਹ ਵੀ ਇਸ ਤਰ੍ਹਾਂ ਕਰ ਰਹੀ ਹੈ। ਉਧਰ ਬਾਬੇ ਨੂੰ ਪੈਰੋਲ ਮਿਲ ਰਹੀ ਹੈ ਦੂਜੀ ਵਾਰੀ, ਬਾਬੇ ਨੂੰ ਮਤਲਬ ਪੈਰੋਲ ਤਾਂ ਮਿਲ ਰਹੀ ਹੈ ਪਰ ਪ੍ਰੋਡਕਸ਼ਨ ਬ੍ਰਾਂਡ 'ਤੇ ਪੰਜਾਬ ਪੁਲਿਸ ਨਹੀਂ ਲੈ ਕੇ ਆ ਰਹੀ ਉਹਨੂੰ ਕਰਨਾ ਚਾਹੀਦਾ ਹੈ ਕਿ ਐਡਾ ਵੱਡਾ ਇੱਕ ਪੰਜਾਬ ਦਾ ਬਹੁਤ ਸੰਗੀਨ ਮਸਲਾ ਹੈਗਾ। ਤੁਸੀਂ ਜਦੋਂ ਦੂਜੇ ਛੋਟੇ ਕ੍ਰਾਈਮ ਵਿੱਚ ਜਿਹੜੀਆਂ ਕੋਰਟਾਂ ਹੈਗੀਆਂ ਉਹ ਦਿੰਦੀਆਂ ਨੇ, ਪ੍ਰੋਡਕਸ਼ਨ ਬ੍ਰਾਂਡ ਦਿੰਦੀਆਂ ਨੇ, ਪੁਲਿਸ ਕਸਟਡੀ ਵਿੱਚ ਦਿੰਦੀਆਂ ਨੇ, ਤਾਂ ਇਹਦਾ ਬਹੁਤ ਵੱਡਾ ਫਿਰ ਇਹ ਪੰਜਾਬ ਪੁਲਿਸ ਦੀ ਜਿਹੜੀ ਰਿਪੋਰਟ ਕਹਿੰਦੀ ਹੈ ਕਿ ਮੁੱਖ ਸਾਜ਼ਿਸ਼ਕਰਤਾ ਇਹ ਹੈ, ਇਹਨੇ ਸਾਰੀ ਰਚਨਾ ਕੀਤੀ ਹੈ। ਤਾਂ ਉਹਦੇ ਵਾਸਤੇ ਉਹਨੂੰ ਮਤਲਬ ਇੰਟੈਰੋਗੇਟ ਕਰਨ ਵਾਸਤੇ ਪੁਲਿਸ ਕਸਟਡੀ ਵਿੱਚ ਲੈਣ ਵਾਸਤੇ ਮੇਰਾ ਖਿਆਲ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ, ਜਿਹੜੀ ਕਿ ਸਰਕਾਰ ਨੂੰ ਉੱਧਰ ਫੋਕਸ ਕਰਨਾ ਚਾਹੀਦਾ, ਨਹੀਂ ਕਰ ਰਹੀ। ਦੂਜੀ ਗੱਲ, ਹੁਣ ਬਾਬੇ ਦਾ ਇੱਕ ਨਵਾਂ ਪੰਗਾ ਛਿੜ ਗਿਆ, ਇਹ ਇੱਕ ਨਵਾਂ ਲਿਫਾਫਾ ਪਤਾ ਨਹੀਂ ਕਿੱਥੋਂ ਨਿਕਲਿਆ। ਉਹ ਇਹ ਗੱਲ ਹੈਗੀ ਕਿ ਹੁਣ ਬਾਬਾ ਜਿਹੜਾ ਹੈਗਾ ਉਹ ਕਹਿੰਦੇ ਨਕਲੀ ਹੈ, ਇਹ ਕਹਿੰਦੇ ਚੇਲੇ ਕਹਿੰਦੇ, ਉਹਨੂੰ ਕਹਿੰਦੇ ਵੀ ਉਹਦੇ ਹੱਥ ਵੈਰ ਨਹੀਂ ਮਿਲਦੇ, ਉਹਦਾ ਮੂੰਹ ਦਾ ਰੰਗ ਨਹੀਂ ਮਿਲਦਾ, ਉਹਦਾ ਫੇਸ ਨਹੀਂ ਮਿਲਦਾ, ਉਹਦਾ ਕੱਦ ਕਹਿੰਦੇ ਵੱਡਾ ਹੋ ਗਿਆ 1 ਇੰਚ, ਪਹਿਲਾਂ ਕਹਿੰਦੇ ਕੱਦ ਛੋਟਾ ਸੀ। ਹੋ ਸਕਦਾ ਕੱਦ ਤਾਂ ਵੱਧ ਗਿਆ ਹੋਵੇ ਕਿ ਬਾਬੇ ਦਾ ਜੇਲ੍ਹ 'ਚ ਭਾਰ ਘਟ ਗਿਆ ਹੋਵੇ ਅਤੇ ਲੰਬਾ ਲੱਗਣ ਲੱਗ ਗਿਆ ਹੋਵੇ, ਇੱਕ ਤਾਂ ਇਹ ਸ਼ੱਕ ਹੋ ਸਕਦਾ। ਪਰ ਦੂਸਰੀ ਗੱਲ ਇਹ ਹੈਗੀ ਕਿ ਚਲੋ ਹੁਣ ਇਹ ਗੱਲ ਲੜਾਈ ਕਿਉਂ ਗਈ, ਇਹ ਆਪਣੇ ਆਪ ਸਵਾਲ ਆਪਣੇ ਆਪ 'ਚ ਦੇਖੋ ਇਹ ਸਟੇਟ 'ਤੇ ਸ਼ੱਕ ਪੈਦਾ ਹੋ ਗਿਆ। ਹਾਂਜੀ, ਕੀ ਸਟੇਟ ਅਸਲੀ ਬੰਦੇ ਨੂੰ ਉੱਥੇ ਜੇਲ੍ਹ 'ਚ ਰੱਖੀ ਗਈ ਹੈ ਜਾਂ ਕੋਈ ਬੰਦਾ ਨਕਲੀ ਉਸ ਤਰ੍ਹਾਂ ਦਾ ਰੱਖਿਆ ਹੋਇਆ, ਜਾਂ ਜਿਹੜਾ ਬੰਦਾ ਪੈਰੋਲ 'ਤੇ ਉਹ ਅਸਲੀ ਹੈ ਜਾਂ ਉਹ ਨਕਲੀ ਹੈ। ਜਿਹੜੀ ਬੰਦਿਆਂ ਨੇ ਰਿਟ ਪਾਈ ਹੈ ਉਹਨਾਂ ਨੇ ਇੱਕ ਸਟੇਟ ਦੀ ਇੰਟੈਗਰਿਟੀ 'ਤੇ ਸ਼ੱਕ ਕੀਤਾ ਹੈ ਨਾ। ਦੇਖੋ ਸਟੇਟ ਦੀ ਇੰਟੈਗਰਿਟੀ ਮਤਲਬ ਕਿੰਨੀ ਡਾਊਟਫੁਲ ਹੋ ਗਈ ਹੈ ਕਿ ਬੰਦਾ ਬਾਹਰ ਪੈਰੋਲ 'ਤੇ ਆਇਆ ਹੋਇਆ, ਜੇਲ੍ਹ ਤੋਂ ਆਇਆ ਹੋਇਆ, ਉਹਨੂੰ ਉਹਦੇ ਚੇਲੇ ਕਹਿ ਰਹੇ ਵੀ ਇਹ ਨਕਲੀ ਦੀ ਆਵਾਜ਼ ਨਹੀਂ ਮਿਲਦੀ ਜੀ, ਇਹਦਾ ਭਾਰ ਨਹੀਂ ਮਿਲਦਾ ਜੀ, ਇਹਦਾ ਫੇਸ ਨਹੀਂ ਮਿਲਦਾ ਜੀ, ਇਹਦਾ ਕੱਦ ਨਹੀਂ ਮਿਲਦਾ, ਇਹਦੇ ਹੱਥਾਂ ਪੈਰਾਂ ਨਹੀਂ ਦੇ ਉਹ ਨਹੀਂ ਮਿਲਦੇ ਹੈਗੇ। ਸੋ ਆਵਾਜ਼ ਬਹੁਤ ਬਦਲੀ ਹੋਈ ਹੈ ਕਹਿੰਦੇ। ਤਾਂ ਕੁੱਲ ਮਿਲਾ ਕੇ ਮੇਰਾ ਖਿਆਲ ਹੈ ਕਿ ਕਿਉਂ ਕੀਤਾ ਗਿਆ, ਇਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਸਾਜ਼ਿਸ਼ ਮੈਨੂੰ ਨਜ਼ਰ ਆਉਂਦੀ ਹੈ। ਕਿ ਇਹ ਜਾਣਬੁੱਝ ਕੇ ਕਿਹਾ ਜਾ ਕਿ ਉੱਥੇ ਹੋਰ ਬੰਦਾ ਬਿਠਾਤਾ ਜਾਵੇ ਬਾਬੇ ਥਾਂ, ਮਤਲਬ ਇਹ ਸਾਰੇ ਅੱਛਾ ਜੇਲ੍ਹ 'ਚ ਕਿ ਕੰਮ ਤੇ ਕਾਬਜ ਨਾ ਕੰਮ ਨਹੀਂ ਜੇਲ੍ਹ 'ਚ। ਬਾਕੀ ਬਾਕੀ ਡੇਰੇ ਦੀ ਜਾਇਦਾਦ ਦਾ ਮਸਲਾ, ਉੱਥੇ ਅਸਲੀ ਬਾਬਾ ਇੱਕ ਉੱਥੇ ਹੋਰ ਲਿਆ ਕੇ ਬਿਠਾ ਦੇਣ ਵੀ ਡੇਰੇ 'ਤੇ। ਇਹਦੇ ਵਿੱਚ ਕੋਈ ਪਤਾ ਨਹੀਂ, ਕੋਈ ਇਹਦੇ ਪਿੱਛੇ ਮਤਲਬ ਬਹੁਤ ਵੱਡੀ ਸਾਜ਼ਿਸ਼ ਹੈ, ਇਹਨੂੰ ਸਮਝਣਾ ਬਹੁਤ ਮੁਸ਼ਕਿਲ ਹੈ ਕਿ ਇਹ ਹੋਇਆ ਕਿਉਂ। ਇਹ ਹੋਣ ਵਾਲੀ ਘਟਨਾ ਸੀ। ਮਤਲਬ ਸਰਕਾਰ ਨੂੰ ਬੰਦਿਆਂ ਦੇ ਕੇਸ ਦਰਜ ਕਰਨਾ ਚਾਹੀਦਾ, ਜਿਹੜੇ ਬੰਦਿਆਂ ਨੇ ਰਿਟ ਪਾਈ ਹੈ। ਜੇ ਬੰਦਾ ਬਾਬਾ ਅਸਲੀ ਹੈ ਤੇ ਸਰਕਾਰ ਕਹਿੰਦੀ ਕਿ ਅਸਲੀ ਹੈ ਤਾਂ ਉਹਨੂੰ ਕੋਈ ਤੁਸੀਂ ਤੁਸੀਂ ਇੱਕ ਇਹੋ ਜਿਹਾ ਜਾਣਬੁੱਝ ਕੇ ਫਸਾਦ ਕ੍ਰੀਏਟ ਕਰਨਾ ਚਾਹੁੰਦੇ ਹੋ, ਜਿਹੜੇ ਬਾਬੇ ਦੇ ਚੇਲਿਆਂ 'ਚ ਇੱਕ ਭਰਮ ਪੈਦਾ ਕਰਨਾ ਚਾਹੁੰਦੇ ਹੋ। ਨਹੀਂ, ਪਰ ਉਹ ਕਹਿੰਦੇ ਅਸੀਂ ਡੇਰੇ ਦੇ ਚੇਲੇ ਹੀ ਹਾਂ, ਡੇਰੇ ਦੇ ਚੇਲੇ। ਕੁਝ ਚੇਲੇ ਕਹਿੰਦੇ ਕਿ ਨਹੀਂ ਜੀ ਇਹ ਹੁਣ ਹੈ ਨਹੀਂ ਗੇ। ਨਹੀਂ, ਦੇਖੋ ਇਹ ਇੱਕ ਪੋਲੀਟੀਕਲ ਮਸਲਾ ਵੀ ਹੈਗਾ। ਸਰਕਾਰ ਦੇ ਤੁਸੀਂ ਭਰਮ ਪੈਦਾ ਕਰ ਰਹੇ ਹੋ ਨਾ,
ਜਦੋਂ ਤੁਸੀਂ ਕਹਿੰਦੇ ਵੀ ਬੰਦਾ ਅਸਲੀ ਨਹੀਂ, ਇਹ ਨਕਲੀ ਹੈ ਬੰਦਾ, ਤਾਂ ਤੁਸੀਂ ਉਹਦੇ 'ਚ ਫਾਲੋਅਰ ਤਾਂ ਭਰਮ ਪੈਦਾ ਕਰ ਰਹੇ ਹੋ ਨਾ। ਕੱਲ੍ਹ ਨੂੰ ਵਾਇਲੈਂਟ ਵੀ ਹੋ ਸਕਦੇ ਨੇ, ਉਹ ਕੱਲ੍ਹ ਨੂੰ ਕੋਈ ਧਰਨਾ ਮੁਜ਼ਾਹਰਾ ਵੀ ਕਰ ਸਕਦੇ ਨੇ, ਕੋਈ ਪ੍ਰੋਟੈਸਟ ਵੀ ਕਰ ਸਕਦੇ ਨੇ, ਕੋਈ ਗੱਲ ਇਹ ਵੱਧ ਵੀ ਸਕਦੀ ਹੈ, ਮਤਲਬ ਹਿੰਸਾ 'ਚ ਬਦਲ ਸਕਦੀ ਹੈ। ਤਾਂ ਕੁੱਲ ਸਟੇਟ ਨੂੰ ਜਾਂ ਤਾਂ ਐਕਸ਼ਨ ਲੈਣਾ ਚਾਹੀਦਾ ਜਾਂ ਸਾਬਤ ਕਰਨਾ ਚਾਹੀਦਾ ਵੀ ਇਹ ਬੰਦਾ ਉਹੀ ਹੈ ਜੀ, ਆਹ DNA ਦਾ, ਉਹਦੀ ਮਦਰ ਦਾ DNA ਹੈ, ਮਦਰ ਉਹਨਾਂ ਦੇ ਜਿਉਂਦੇ ਹੈਗੇ ਨੇ ਬਾਬੇ ਦੇ, ਉਹ ਆਪ ਹੈਗੇ ਨੇ, ਉਹਨਾਂ ਦਾ DNA ਉਹਨਾਂ ਦੇ ਬੇਟੇ ਨਾਲ DNA ਮਿਲਾਇਆ ਜਾ ਸਕਦਾ ਹੈ, ਉਹਦਾ ਪਰਿਵਾਰ ਹੈਗਾ ਸਾਰਾ। ਤਾਂ ਇਸ ਕਰਕੇ ਸਰਕਾਰ ਨੂੰ ਇਹ 'ਤੇ ਮੇਰਾ ਖਿਆਲ ਹੈ ਕਿ ਜਿੰਨਾ ਜਲਦੀ ਹੋ ਸਕੇ ਸਪਸ਼ਟੀਕਰਨ ਦੇਣਾ ਚਾਹੀਦਾ, ਨਹੀਂ ਤਾਂ ਇਸ ਇੱਕ ਸਰਕਾਰ ਵਾਸਤੇ, ਸਟੇਟ ਗੌਰਮੈਂਟ ਵਾਸਤੇ ਇੱਕ ਬਹੁਤ ਉਹਦੀ ਇੰਟੈਗਰਿਟੀ ਦੇ ਸ਼ੱਕ ਪੈਦਾ ਹੋ ਗਿਆ ਹੈ। ਜਿਹੜੇ ਜੇਲ੍ਹ ਅਧਿਕਾਰੀ ਉਹਨਾਂ ਦੀ ਇੰਟੈਗਰਿਟੀ ਦੇ ਸ਼ੱਕ ਪੈਦਾ ਹੋ ਗਿਆ, ਜਿਹੜਾ ਸਾਰਾ ਤੰਤਰ ਮੰਤਰ ਹੈ ਉਹਦੀ ਇੰਟੈਗਰਿਟੀ ਦੇ ਸ਼ੱਕ। ਇਹ ਕੋਈ ਛੋਟੀ ਮੋਟੀ ਰਿਟ ਨਹੀਂ ਹੈਗੀ। ਜੇ ਆਪਾਂ ਸੋਚੀਏ ਨਾ ਵੀ ਰੂਟੀਨ ਰਿਟ ਹੈਗੀ, ਇਹ ਰੂਟੀਨ, ਇਹਦੇ ਪਿੱਛੇ ਬਹੁਤ ਵੱਡੀ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ। ਇਹਦਾ ਪੂਰਾ ਮੇਰਾ ਖਿਆਲ ਸਰਕਾਰ ਨੂੰ ਇੱਕ ਆਪਣੇ ਆਪ ਇਹਦਾ ਪੂਰਾ ਲੈ ਕੇ ਕਿਹਨਾਂ ਸੰਗਿਆਨ ਜਿਹਨੂੰ ਆਪਾਂ ਕਹਿੰਦੇ ਆ, ਉਹਦਾ ਲੈ ਕੇ ਨੋਟਿਸ ਲੈ ਕੇ ਪੂਰਾ ਇਹਦੇ ਉੱਤੇ ਕਾਰਵਾਈ ਕਰਕੇ ਜਾਂਚ ਕਰਨੀ ਚਾਹੀਦੀ ਹੈ। ਤੁਸੀਂ ਕਹਿੰਦੇ ਹੋ ਕਿ ਸਰਕਾਰ 'ਤੇ ਸਵਾਲ ਖੜਾ ਹੋ ਗਿਆ, ਇਹ ਹੈ ਹਰਿਆਣਾ ਸਰਕਾਰ, ਪਰ ਪੰਜਾਬ ਸਰਕਾਰ ਵੀ ਕਈ ਮਾਮਲੇ ਸਵਾਲਾਂ 'ਚ ਘਿਰੀ ਹੈ। ਇੱਕ ਪਾਸੇ ਸਰਕਾਰ ਦਮ ਭਰਦੀ ਹੈ ਕਿ ਅਸੀਂ ਇੱਕ MLA ਇੱਕ ਪੈਨਸ਼ਨ ਨਾਲ ਪੰਜਾਬ ਦਾ ਕਰੋੜਾਂ ਰੁਪਈਆ ਬਚਾ ਲਿਆ, ਦੂਜੇ ਪਾਸੇ ਕਹਿੰਦੀ ਹੈ ਅਸੀਂ ਪੇਪਰਲੈਸ ਬਜਟ ਲਿਆ ਕੇ 19 ਲੱਖ ਰੁਪਈਆ ਬਚਾ ਲਿਆ ਕਾਗਜ਼ ਦਾ, ਅਤੇ ਉੱਧਰ ਕਹਿੰਦੇ ਕਿ ਇਸ਼ਤਿਹਾਰ ਅਖਬਾਰਾਂ ਜਿਹੜੇ 'ਤੇ ਜਾਂਦੇ ਨੇ ਉਹ ਕਰੋੜਾਂ ਤੋਂ ਅਰਬਾਂ 'ਚ ਜਾ ਰਹੇ ਨੇ, ਉਹਦਾ ਕੋਈ ਹਿਸਾਬ ਕਿਤਾਬ ਨਹੀਂ। ਉਹਨੂੰ ਲੈ ਕੇ ਖੂਬ ਚਰਚਾ, ਕਈ ਅਖਬਾਰਾਂ ਅਜਿਹੇ ਨਾਮ ਆ ਰਹੇ ਨੇ ਜਿਹੜੇ ਕਦੇ ਸੁਣੇ ਹੀ ਨਹੀਂ ਲੋਕਾਂ ਨੇ, ਪੰਜਾਬ ਦੇ ਵੀ ਅਤੇ ਪੰਜਾਬ ਤੋਂ ਬਾਹਰੋਂ ਵੀ। ਇਹਨੂੰ ਲੈ ਕੇ ਖਾਸਾ ਸਵਾਲ ਖੜਾ ਹੋ ਗਿਆ। ਹਾਂ, ਇਹ ਬਹੁਤ ਵੱਡਾ ਸਵਾਲ ਵੱਖਰਾ ਹੋ ਗਿਆ ਜੀ। ਦੇਖੋ, ਸਰਕਾਰ ਨੇ ਤਾਂ ਕਿਹਾ ਕਿ ਅਸੀਂ ਬਹੁਤ ਅੱਛਾ ਕੰਮ ਕੀਤਾ, ਲੋਕ ਵੀ ਐਪਰੀਸ਼ੀਏਟ ਕਰ ਰਹੇ ਨੇ ਵੀ ਚਲੋ ਇੱਕ ਵਿਧਾਇਕ ਨੂੰ ਇੱਕ ਪੈਨਸ਼ਨ ਮਿਲਣੀ ਚਾਹੀਦੀ ਹੈ। ਕਿੰਨੀ ਮਿਲਣੀ ਚਾਹੀਦੀ ਹੈ ਇਹਦੇ ਬਾਰੇ ਬਾਤ ਹੈ। ਜਿਹੜੀ ਸਰਕਾਰ ਤਾਂ ਕਹਿੰਦੀ 60,000 ਦੇਵਾਂਗੇ ਪਲੱਸ DA ਵਗੈਰਾ ਦੇਵਾਂਗੇ, ਇਹ ਕਹਿ ਰਹੇ ਨੇ, ਪਰ ਪੰਜਾਬ ਦੇ MLA ਕਹਿ ਰਹੇ ਕਿ ਸਾਨੂੰ ਘੱਟੋ ਘੱਟ ਦਿੱਲੀ ਬਰਾਬਰ ਤਾਂ ਕਰੋ। ਵੈਸੇ ਤਾਂ ਪੰਜਾਬ ਦੇ MLA ਦੀ ਮੰਗ ਹੈ ਕਿ ਸਾਡਾ ਚੀਫ ਸੈਕਟਰੀ ਤੋਂ ਉੱਪਰ ਪ੍ਰੋਟੋਕੋਲ 'ਚ ਆਉਂਦਾ, ਸਾਡੀ ਜਿਹੜੀ ਪੈਨਸ਼ਨ ਆ ਉਹ ਚੀਫ ਸੈਕਟਰੀ ਦੇ ਬਰਾਬਰ ਦੀ ਹੋਣੀ ਚਾਹੀਦੀ ਹੈ। ਪਰ ਮੁੱਖ ਮੰਤਰੀ ਸਾਹਿਬ ਨੇ ਜਦੋਂ ਟੋਕਿਆ ਉੱਥੇ ਅੰਦਰ, ਉਹ ਕਹਿੰਦੇ ਕਿ ਚੀਫ ਸੈਕਟਰੀ ਤਾਂ 20 ਸਾਲ ਨੌਕਰੀ ਕਰਦਾ, 25 ਸਾਲ ਕਰਦਾ, ਤੁਸੀਂ 5 ਸਾਲ ਕਰਕੇ ਭਾਲਦੇ ਹੋ। ਨਹੀਂ, ਚੀਫ ਸੈਕਟਰੀ ਦੀ ਹੋਰ ਗੱਲ ਆ, ਡੈਮੋਕ੍ਰੇਸੀ ਵਿੱਚ ਲੋਕ ਉੱਪਰ ਨੇ, ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਭਾਵੇਂ ਚੀਫ ਸੈਕਟਰੀ ਕੁਛ ਵੀ ਹੋਵੇ, ਭਾਵੇਂ ਉਦੋਂ ਵੀ ਵੱਡਾ ਹੋਵੇ, ਕੋਈ ਜੱਜ ਵੀ ਹੋਵੇ, ਹੋਰ ਵੀ ਹੋਵੇ। ਪਰ 5 ਸਾਲ ਤੇ 25 ਸਾਲ ਦਾ ਨੌਕਰੀ ਦਾ ਫਰਕ ਤਾਂ ਹੀ ਹੈ। 5 ਸਾਲ 'ਚ ਭਾਲਣ ਲੱਗੇ ਮਲਾਈ ਹੈ। ਨਹੀਂ, ਚਲੋ ਠੀਕ ਹੈ, ਇੱਕ ਮਤਲਬ ਪੈਨਸ਼ਨ ਤਾਂ ਇੱਕੋ ਹੀ ਮਿਲਣੀ ਹੈਗੀ ਨਾ, ਕੋਈ ਇਹਦੇ 'ਚ ਕੋਈ ਬਾਹਲੀ ਵੱਡੀ ਗੱਲ ਨਹੀਂ। ਸਾਨੂੰ ਇੱਕ ਟਰੈਂਡ ਜਿਹਾ ਹੀ ਬਣ ਗਿਆ ਕਿ ਅਸੀਂ ਪੋਲੀਟੀਕਲ ਬੰਦਿਆਂ ਨੂੰ ਡਾਊਨਗ੍ਰੇਡ ਕਰਨ ਲੱਗ ਗਏ। ਜੇ ਅਸੀਂ ਪੋਲੀਟੀਕਲ ਬੰਦਿਆਂ ਨੂੰ ਡਾਊਨਗ੍ਰੇਡ ਕਰਨ ਲੱਗ ਗਏ ਤਾਂ ਫਿਰ ਬਿਊਰੋਕ੍ਰੇਸੀ ਉੱਪਰ ਦੀ ਪੈ ਜਾਏਗੀ ਉਹਨਾਂ ਦੀ, ਤਾਂ ਪਬਲਿਕ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਕੋਈ ਪੁੱਛ ਨਹੀਂ ਰਹਿਣੀ। ਅਸੀਂ ਡੈਮੋਕ੍ਰੇਸੀ ਵਿੱਚ ਆਪਣੀ ਤਾਕਤ ਪਬਲਿਕ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਦਿੱਤੀ ਹੈ, ਨਾ ਕਿ ਬਿਊਰੋਕਰੇਟਸ ਉਹਦੇ ਥੱਲੇ ਨੇ, ਉਹ ਉਹਨਾਂ ਤੋਂ ਜਵਾਬ ਤਲਬ ਵੀ ਕਰ ਸਕਦੇ। ਇਸ ਕਰਕੇ ਸਾਨੂੰ ਇਹੋ ਜਿਹਾ ਸਟੇਟਸ ਵੀ ਮੇਨਟੇਨ ਕਰਨਾ ਚਾਹੀਦਾ ਡੈਮੋਕ੍ਰੇਸੀ ਵਿੱਚ। ਬੰਦੇ ਵਧੀਆ ਚੁਣੋ, ਸਾਫ ਸੁਥਰੇ ਚੁਣੋ, ਚੋਰ ਨਾ ਚੁਣੋ, ਬਸ ਠੱਗ ਨਾ ਚੁਣੋ। ਪਰ ਬੰਦਾ ਜੇ ਸਾਫ ਸੁਥਰਾ ਉਹਨੂੰ 2 ਰੁਪਏ ਵੱਧ ਵੀ ਦੇ ਦਿਓਗੇ, ਉਹ ਕੋਈ ਮਾੜੀ ਗੱਲ ਨਹੀਂ ਹੈਗੀ। ਕਿ ਉਹ ਇਮਾਨਦਾਰ ਰਹੇ, ਬਾਹਰੋਂ ਇੱਧਰ ਉੱਧਰ ਲੋਕਾਂ ਦੇ ਜੇਬਾਂ ਨਾ ਕੱਟੇ, ਅਤੇ ਉਹਨੂੰ ਵਧੀਆ ਤੁਸੀਂ ਪੈਸੇ ਦਿਓ, ਚੰਗੀ ਉਹਦੀ ਕੌਂਸਟੀਚੁਐਂਸੀ ਦਾ ਹਲਕੇ ਦਾ ਖਰਚਾ ਵੀ ਦਿਓ, ਤਾਂ ਕਿ ਲੋਕਾਂ ਦੇ ਉਹ ਜਿਹੜੇ ਵੀ ਕੋਈ ਚਾਹ ਪਾਣੀ ਪੀਣ ਵਾਲੇ ਆਉਂਦੇ ਨੇ, ਬੈਠਣ ਵਾਲੇ ਨੇ, ਕੰਮ ਕਰਾਉਣ ਵਾਲੇ, ਪ੍ਰੋਪਰ ਕੰਮ ਵੀ ਕਰਾ ਸਕੇ। ਸੋ ਮੇਰਾ ਖਿਆਲ ਹੈ ਕਿ ਇਹ ਸਿਸਟਮ ਹੋਣਾ ਚਾਹੀਦਾ। ਪਰ ਨਾਲ ਦੀ ਨਾਲ ਕਹਿੰਦੇ ਹੁਣ ਪਤਾ ਲੱਗਿਆ ਵੀ ਕਹਿੰਦੇ ਉਹਨਾਂ ਨੇ ਇੱਕ ਐਸੋਸੀਏਸ਼ਨ ਬਣਾ ਲਈ ਸਾਬਕਾ ਵਿਧਾਇਕਾਂ ਨੇ। ਅੱਛਾ ਜੀ। ਉਹਨਾਂ ਨੇ ਇੱਕ ਪਤਾ ਲੱਗਿਆ ਵੀ ਜਸਟਿਸ ਨਿਰਮਲ ਸਿੰਘ ਜਿਹੜੇ ਹੈਗੇ ਨੇ ਸਾਬਕਾ ਵਿਧਾਇਕ, ਉਹ ਪ੍ਰਧਾਨ ਬਣ ਗਏ ਨੇ, ਅਤੇ ਉਹ ਕਹਿੰਦੇ ਵੀ ਅਸੀਂ ਕੋਰਟ ਜਾਵਾਂਗੇ, ਕੋਰਟ ਦਾ ਦਰਵਾਜ਼ਾ ਖੜਕਾਵਾਂਗੇ। ਉਹ ਕਹਿੰਦੇ ਵੀ ਸਾਰੀਆਂ ਪਾਰਟੀਆਂ ਇਕੱਠੇ ਹੋ ਜਾਣਗੇ। ਹਾਂ, ਉਹ ਇਕੱਠੇ ਹੋਏ ਨੇ, ਮੈਨੂੰ ਪਤਾ ਲੱਗਿਆ। ਅੱਜ ਮੈਂ ਕਿਤੇ ਨਾ ਕਿਤੇ ਗੱਲ ਸੁਣੀ ਹੈ ਕਿ ਉਹ ਸਾਰੇ ਇਕੱਠੇ ਹੋ ਗਏ, ਉਹਨੇ ਇੱਕ ਯੂਨੀਅਨ ਬਣਾ ਲਈ, ਬਣਾ ਲਈ, ਕਹਿੰਦੇ ਚੈਲੰਜ ਕਰਾਂਗੇ। ਕਾਨੂੰਨੀ ਤੌਰ 'ਤੇ ਹੋ ਹੀ ਨਹੀਂ ਸਕਦਾ ਕਿ ਜਿਹੜਾ ਕੋਈ ਕਾਨੂੰਨ ਅੱਜ ਪਾਸ ਕੀਤਾ ਹੈ ਉਹਨੂੰ ਪਿਛਲੀ ਕਿਸੇ ਡੇਟ ਤੋਂ ਲਾਗੂ ਕਰਤਾ ਜਾਵੇ। ਜਾਂ ਉਹ ਕਹਿੰਦੇ ਵੀ ਸਾਰੇ, ਅਸੀਂ ਜਦੋਂ ਪ੍ਰਧਾਨ ਚੁਣੇ ਗਏ ਸੀ, ਜਦੋਂ ਅਸੀਂ ਵਿਧਾਇਕ ਚੁਣੇ ਗਏ, 10 ਸਾਲ ਕੋਈ ਬੰਦਾ ਪਹਿਲਾਂ ਵਿਧਾਇਕ ਚੁਣਿਆ ਗਿਆ ਜਾਂ ਕੋਈ 20 ਸਾਲ ਪਹਿਲਾਂ ਵਿਧਾਇਕ ਚੁਣਿਆ ਗਿਆ, ਤਾਂ ਮਤਲਬ ਉਹ ਕਹੇਗਾ ਜੀ ਮੈਂ ਤਾਂ ਉਦੋਂ ਦੇ ਮੁਤਾਬਕ, ਜਦੋਂ ਮੈਂ ਚੁਣਿਆ ਗਿਆ ਸੀ, ਮੈਨੂੰ ਉਸ ਮੁਤਾਬਕ ਭੱਤੇ ਮਿਲਣੇ ਚਾਹੀਦੇ ਨੇ, ਨਾ ਕਿ ਮੇਰਾ ਹੁਣ ਜੋ ਸਰਕਾਰ ਕੱਲ੍ਹ ਨੂੰ ਸਰਕਾਰ ਕਹਿੰਦੀ ਤਾਂ ਬੰਦ ਹੀ ਕਰਦੇ ਪਏ। ਮਤਲਬ ਇਹਦਾ ਮਤਲਬ ਉਹਨਾਂ ਦਾ ਇਹ ਹੈ ਕਿ ਹੁਣ ਤੋਂ ਜਿਹੜਾ ਹੋਵੇ ਉਹਦੇ ਲਈ ਇੱਕ ਹੋ ਜਾਵੇ, ਪਿਛਲੇ ਨਹੀਂ ਮਿਲਦੀ ਰਹੇ। ਹਾਂ, ਫਿਰ ਉਹ ਸਰਕਾਰ ਦੀ ਜਿਹੜੀ ਲਾਲਾ ਉਹ ਵੀ ਖਤਮ ਹੋ ਜਾਊਗੀ, ਫਿਰ ਤਾਂ ਖਰਚਾ ਤਾਂ ਘਟਣਾ ਹੀ ਨਹੀਂ। ਅੱਛਾ, ਦੂਸਰੀ ਗੱਲ ਜਿਹੜੀ ਹੈਗੀ ਕਿ ਵੀ ਹੁਣ ਇਹ ਆ ਰਿਹਾ ਵੀ ਇੱਕ ਪਾਸੇ MLA ਕਹਿ ਰਹੇ ਵੀ ਸਾਡੀਆਂ ਪੈਨਸ਼ਨਾਂ ਤਾਂ ਘਟਾ ਦਿੱਤੀਆਂ ਜੀ, ਚਲੋ ਅਸੀਂ ਮੰਨ ਲੈਂ, ਚਲੋ ਇੱਕ ਪੈਨਸ਼ਨ ਹੋਣੀ ਚਾਹੀਦੀ ਸੀ, ਇਹਦੀ ਸਪੋਰਟ ਕਰਦੇ ਹਾਂ, ਪਰ ਉਹ ਜੈਨੂਨ ਹੋਣੀ ਚਾਹੀਦੀ ਸੀ, ਪ੍ਰੋਪਰ ਹੋਣੀ ਚਾਹੀਦੀ ਸੀ। ਚਲੋ ਸਰਕਾਰ ਨੇ ਘਟਾਈ ਆ ਉਦੋਂ, ਉਹ ਨਹੀਂ ਕੀਤਾ ਪ੍ਰੋਪਰਲੀ। ਪਰ ਨਾਲ ਹੁਣ ਕਹਿੰਦੇ ਵੀ ਤੁਸੀਂ ਇਸ਼ਤਿਹਾਰਾਂ ਦੇ ਖਰਚ ਕਰੀ ਜਾਂਦੇ ਜੀ। ਹਾਂਜੀ, ਵੱਖਰੇ ਆਪਣਾ ਜਿਹੜੇ ਸੂਬੇ ਹੈਗੇ, ਰਾਜ ਹੈਗੇ, ਉਹਨਾਂ ਦੇ ਅਖਬਾਰਾਂ ਨੂੰ ਇਸ਼ਤਿਹਾਰ ਦੇ ਜਾਣਾ। ਗੁਜਰਾਤ 'ਚ ਇਸ਼ਤਿਹਾਰ ਛਪਾ ਰਹੇ ਹੋ ਜੀ, ਹਿਮਾਚਲ 'ਚ ਇਸ਼ਤਿਹਾਰ ਛਪਾ ਰਹੇ ਹੋ ਜੀ,
ਸਾਊਥ ਵਿੱਚ ਇਸ਼ਤਿਹਾਰ ਛਪਾ ਰਹੇ ਹੋ, ਨਾਰਥ ਈਸਟ ਵਿੱਚ ਆਪਣਾ ਇਸ਼ਤਿਹਾਰ ਛਪਾ ਰਹੇ ਹੋ। ਹੁਣ ਤੱਕ ਕਹਿੰਦੇ ਵੀ ਪਤਾ ਲੱਗਿਆ ਸਰਕਾਰ ਨੇ 2 ਸਾਲਾਂ 'ਚ 2 ਮਹੀਨਿਆਂ 'ਚ 32 ਕਰੋੜ ਰੁਪਏ ਖਰਚ ਕਰਤੇ। 2 ਮਹੀਨੇ ਇਹ ਸਵਾਲ ਉੱਠਿਆ ਹੈ ਵੀ ਇੱਕ ਪਾਸੇ ਤੁਸੀਂ 26-27 ਲੱਖ ਰੁਪਏ ਪਤਾ ਨਹੀਂ ਸਾਲ ਦਾ, ਪਤਾ ਨਹੀਂ ਕੋਈ ਕਿੰਨਾ ਬਚਾਉਣਾ ਚਾਹੁੰਦੇ ਹੋ, ਦੂਸਰੇ ਪਾਸੇ ਕਹਿੰਦਾ ਤੁਸੀਂ 32 ਕਰੋੜ 2 ਮਹੀਨਿਆਂ 'ਚ ਹੀ ਜ਼ਬਤ ਕਰਤਾ। ਸਰਕਾਰ ਨੇ ਖਜ਼ਾਨੇ ਨੂੰ ਵਾਧਾ ਲਾ ਰੱਖਿਆ। ਖਜ਼ਾਨੇ ਨੂੰ ਵਾਧਾ ਵੀ ਉਸ ਵੇਲੇ ਲਾਇਆ ਹੋਇਆ ਜਦੋਂ ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿ ਜੀ ਅਸੀਂ 35,000 ਕਰੋੜ ਰੁਪਏ ਕਰਜ਼ਾ ਲੈਣਾ ਇਸ ਸਾਲ। ਉਹਦੇ ਵਾਸਤੇ ਜਿਹੜਾ ਆਪਣਾ ਬੱਸ ਮੈਨੇਜਮੈਂਟ ਐਕਟ ਹੈਗਾ, ਫਿਸਕਲ ਰਿਸਪੌਂਸਿਬਿਲਟੀ ਇਨ ਬੱਸ ਮੈਨੇਜਮੈਂਟ ਐਕਟ ਹੈਗਾ, ਉਹਨੂੰ ਚੇਂਜ ਕੀਤਾ, ਉਹ 'ਚ ਤਬਦੀਲੀ ਕੀਤੀ, ਅਮੈਂਡਮੈਂਟ ਕੀਤੀ ਹੈ ਵਾਧੂ ਕਰਜ਼ਾ ਲੈਣੇ। ਇੱਕ ਪਾਸੇ ਤੁਸੀਂ ਕਰਜ਼ਾ ਲੈ ਰਹੇ ਹੋ, ਦੂਜੇ ਪਾਸੇ ਤੁਸੀਂ ਫਜ਼ੂਲ ਖਰਚਾ ਇਸ਼ਤਿਹਾਰਾਂ ਦੇ ਕਰ ਰਹੇ ਹੋ। ਉਹਨਾਂ ਸਟੇਟਾਂ 'ਚ ਕਰ ਰਹੇ ਹੋ ਜਿੱਥੇ ਕੋਈ ਨਾ ਪੰਜਾਬੀ ਪੜ੍ਹਨ ਜਾਣਦਾ, ਨਾ ਪੰਜਾਬ ਬਾਰੇ ਕੋਈ ਕਿਸੇ ਨੂੰ ਦਿਲਚਸਪੀ ਹੈ। ਨਹੀਂ, ਉਹ ਤਾਂ ਪਾਰਟੀ ਦਾ ਪ੍ਰਚਾਰ ਹੈ ਨਾ ਜੀ, ਫਿਰ ਉਹ ਤਾਂ ਕੱਲ੍ਹ ਨੂੰ ਉਸ ਸੂਬਿਆਂ 'ਚ ਪਾਰਟੀਆਂ ਦਾਖਲ ਹੋਣਾ। ਨਹੀਂ, ਪਾਰਟੀ ਦਾ ਪੰਜਾਬ ਜਿਹੜਾ ਪ੍ਰਚਾਰ ਹੈ ਜੀ ਉਹ ਪੰਜਾਬ ਦੇ ਖਜ਼ਾਨੇ ਥੋੜ੍ਹੀ ਹੋਣਾ, ਪੰਜਾਬ ਦੇ ਖਜ਼ਾਨੇ ਨੂੰ ਥੋੜ੍ਹੀ ਵਾਧਾ ਲਾਉਣਾ ਹੈ। ਫਿਰ ਤੁਸੀਂ ਉਸ ਸਟੇਟ ਦੇ ਖਜ਼ਾਨੇ ਨੂੰ ਵਾਧਾ ਲਾ ਰਹੇ ਹੋ ਜਿੱਥੇ ਵੈਸੇ ਹੀ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ। ਸਾਡਾ ਜਿਹੜੀ ਆਪਣਾ ਜਿਹੜੀ ਡੈਟ ਰੇਸ਼ੋ ਹੈਗੀ ਆ ਉਹ 45% ਦੇ ਨੇੜੇ ਚਲੀ ਗਈ ਆ। ਅਸੀਂ ਸਭ ਤੋਂ ਮਤਲਬ ਇਸ ਵੇਲੇ ਜਿਹੜੀ ਹਾਈਲੀ ਡੈਟਡ ਡੈਟ ਵਾਲੀਆਂ ਸਟੇਟਸ ਆ ਉਹਨਾਂ ਦੇ ਵਿੱਚ ਫਿਗਰ ਕਰਦੇ ਹਾਂ। ਤੁਸੀਂ ਲਗਭਗ ਕਿੰਨੀਆਂ ਹੀ ਸਰਕਾਰਾਂ ਨਾਲ ਕੰਮ ਕੀਤਾ, ਤੁਸੀਂ ਸੈਸ਼ਨ ਕਿੰਨੇ ਕਵਰ ਕੀਤੇ। ਪਹਿਲੀਆਂ ਸਰਕਾਰਾਂ ਦੇ ਵੀ ਕਦੇ ਇਹੋ ਜਿਹੇ ਸਵਾਲ ਉੱਠੇ ਨੇ ਕਿ ਉਹਨਾਂ ਨੇ ਇੱਦਾਂ, ਬਾਕੀ ਖਾਣ ਦੇ ਦੋਸ਼ਾਂ 'ਚ ਤਾਂ ਉਹਨਾਂ ਦਾ ਕੋਈ ਮੁਕਾਬਲਾ ਹੀ ਨਹੀਂਗਾ, ਲੀਡਰਾਂ ਦੇ ਉੱਤੇ ਜਿਹੇ ਦੋਸ਼ ਲੱਗਦੇ ਰਹੇ ਨੇ। ਪਰ ਮੈਂ ਇਸ਼ਤਿਹਾਰਾਂ ਵਾਲੇ ਮਾਮਲੇ ਜਾਣਨਾ ਚਾਹੁੰਦਾ ਕਿ ਕੀ ਪਹਿਲੀਆਂ ਕਾਂਗਰਸੀਆਂ ਨੇ, ਅਕਾਲੀਆਂ ਨੇ ਵੀ ਕਦੇ ਇੱਦਾਂ ਬਾਹਰਲੇ ਸੂਬਿਆਂ 'ਚ ਐਡੇ ਵੱਡੇ ਇਸ਼ਤਿਹਾਰ? ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਇਸ ਤਰ੍ਹਾਂ ਕਦੇ ਨਹੀਂ ਹੋਇਆ ਵੀ ਕੋਈ ਗੁਜਰਾਤ 'ਚ ਇਸ਼ਤਿਹਾਰ ਜਾ ਰਹੇ ਨੇ ਜਾਂ ਤਾਮਿਲਨਾਡੂ ਜਾ ਰਹੇ ਨੇ ਜਾਂ ਕੋਈ ਕਹਿੰਦੇ ਆਪਣਾ ਆਂਧਰਾ ਪ੍ਰਦੇਸ਼ ਜਾ ਰਹੇ ਨੇ, ਕਦੇ ਨਹੀਂ ਹੋਇਆ। ਹਾਂ, ਦਿੱਲੀ ਦੇ ਜਿਹੜੇ ਨੈਸ਼ਨਲ ਪੇਪਰ ਨੇ ਉਹਨਾਂ ਦੇ ਜ਼ਰੂਰ ਛਪਦੇ ਰਹੇ ਨੇ, ਉਹ ਦਿੱਲੀ ਤੱਕ ਤਾਂ ਜਾਂਦੇ ਛਪਦੇ ਰਹੇ ਨੇ ਨੈਸ਼ਨਲ ਪੇਪਰਾਂ ਵਿੱਚ। ਪਰ ਇਸ ਤਰ੍ਹਾਂ ਨਹੀਂ ਹੋਇਆ ਕਿ ਲੋਕਲ ਪੇਪਰਾਂ ਨੂੰ ਤੁਸੀਂ ਜਾ ਕੇ ਆਂਧਰਾ ਦੇ ਲੋਕਲ ਜਾਂ ਤੁਸੀਂ ਗੁਜਰਾਤ ਦੇ ਲੋਕਲ ਪੇਪਰਾਂ ਨੂੰ ਦਿਓ ਜਾਂ ਤੁਸੀਂ ਕਹਿੰਦੇ ਕਰਨਾਟਕਾ ਦੇ ਲੋਕਲ ਪੇਪਰਾਂ ਨੂੰ ਦਿਓ। ਇਸ ਤਰ੍ਹਾਂ ਦੀ ਗੱਲ ਕਦੇ ਪਹਿਲਾਂ ਨਹੀਂ ਹੋਈ ਹੈਗੀ। ਇਸ ਤਰ੍ਹਾਂ ਕਦੇ ਵੀ ਨਹੀਂ ਵਾਪਰਿਆ ਜਿਸ ਤਰ੍ਹਾਂ ਹੁਣ ਹੋ ਰਿਹਾ। ਰਾਜਸਥਾਨ ਪੱਤਰਕਾਰ ਨੂੰ ਹੁਸ਼ਿਆਰ ਜਾ ਰਹੇ ਨੇ, ਦੱਸੋ ਹੈ ਨਾ, ਤੁਹਾਡਾ ਕੀ ਕੰਮ ਹੈ? ਤੁਸੀਂ ਗੰਗਾ ਨਗਰ ਦੇ ਕਿਸੇ ਪੇਪਰ ਨੂੰ ਦੇ ਦਿਓ, ਚਲੋ ਪੰਜਾਬੀ ਬੈਲਟ ਹੈ ਉਹ 'ਤੇ ਪੜ੍ਹਨਗੇ, ਚਲੋ ਸਾਡੇ ਪੰਜਾਬ 'ਚ ਕੀ ਹੋ ਰਿਹਾ ਹੈ, ਪੰਜਾਬ ਨਾਲ ਜੁੜੇ ਹੋਏ ਲੋਕ ਨੇ ਉੱਥੇ ਹੋ ਸਕਦਾ। ਪਰ ਜਿਹੜੇ ਅਖਬਾਰ ਹੈ ਜਿਹੜੇ ਕਿ ਇੱਧਰ ਲੋਕ ਪੜ੍ਹਦੇ ਨਹੀਂ ਹੈਗੇ ਉਹਨਾਂ 'ਚ ਕੀ ਦੇਣ ਦਾ ਫਾਇਦਾ ਮੈਨੂੰ ਸਮਝ ਨਹੀਂ ਆ ਰਹੀ। ਸੋ ਇੱਕ ਨਵਾਂ ਸਵਾਲ ਖੜਾ ਹੋ ਗਿਆ ਕਿ ਇੱਕ ਪਾਸੇ ਕਹਿੰਦੇ ਕਿ ਪੰਜਾਬ ਦੇ ਖਜ਼ਾਨੇ 'ਚ ਪੈਸੇ ਬਚਾਉਣੇ ਆ, ਅਸੀਂ ਇਹਨਾਂ ਨੂੰ ਤਜਵੀਜ਼ਾਂ ਨਾਲ ਘਟਾ ਰਹੇ ਹਾਂ, ਦੂਜੇ ਪਾਸੇ ਇੱਦਾਂ ਲਟਾਏ ਵੀ ਜਾ ਰਹੇ ਨੇ। ਸੋ ਇੱਕ ਪਾਸੇ ਕਹਿੰਦੇ ਕਿ ਅਸੀਂ ਕਰਜ਼ਾ ਲੈਣਾ ਸਾਲ 'ਚ ਇਹਨਾਂ 'ਤੇ ਉਹਨਾਂ ਤੋਂ ਵੱਧ ਤੁਸੀਂ ਖਰਚੇ ਕਰ ਰਹੇ ਹੋ। ਸੋ ਇਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ। 2 ਮਹੀਨੇ 3 ਮਹੀਨਿਆਂ 'ਚ ਇਸ ਤਰ੍ਹਾਂ ਨੂੰ ਲੈ ਕੇ ਸਵਾਲ ਦੇ ਸਰਕਾਰ ਵੀ ਘੇਰੇ 'ਚ, ਇੱਧਰ ਬੇਅਦਬੀ ਵਾਲੇ ਮਾਮਲੇ ਵੀ ਕਾਸਾ ਗੰਭੀਰ ਹੁੰਦਾ ਜਾਂਦਾ, ਉੱਧਰ ਨਵੀਂ ਕੈਬਨਿਟ ਬਣਨ ਨਾਲ ਇੱਕ ਨਵੀਂ ਚਰਚਾ ਵੀ ਹੈ ਸਰਕਾਰ ਦੇ ਅੰਦਰ, ਅੱਜ ਨਵਾਂ ਚਾਹ ਵੀ ਹੈ। ਚਲੋ ਨਵੇਂ ਮੰਤਰੀਆਂ ਨੂੰ ਵਧਾਈ, ਪਰ ਮੂਹਰੇ ਜਿਹੜੇ ਸਵਾਲ ਖੜੇ ਨੇ ਉਹਨਾਂ ਦੇ ਜਵਾਬ ਪੰਜਾਬ ਪੁੱਛਦਾ, ਉਹਨੂੰ ਲੈ ਕੇ ਚਰਚਾ ਵੀ ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।